ਗੁਰੂ ਜੀ ਕੀ ਫਤਿਹ। ਆਓ ਗੁਰੂ ਕਿਰਪਾ ਸਦਕਾ ਕਈ ਦਿਨਾਂ ਤੋਂ ਸੰਗਤਾਂ ਉਡੀਕ ਕਰ ਰਹੀਆਂ ਸਨ ਕਿ ਨਿਤਨੇਮ ਦੀਆਂ ਬਾਣੀਆਂ ਆਰੰਭ ਕਰੀਏ। ਸੋ ਆਓ ਜਪਜੀ ਸਾਹਿਬ ਜੀ ਦੀ ਬਾਣੀ, ਜਿਸ ਨੂੰ ਜਪ ਕਿਹਾ ਜਾਂਦਾ ਹੈ, ਉਸ ਦੀ ਆਰੰਭਤਾ ਮੂਲ ਮੰਤਰ ਪੜ੍ਹ ਕੇ ਆਰੰਭ ਕਰੀਏ। ਬੜੇ ਪਿਆਰ ਨਾਲ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਤਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਨਾਹਿਨ ਨਿਰਮਲ ਕਰਨੀ। ਸਾਧ ਸੰਗਤ ਕੈ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੀ। ਗਿਆਨ ਧਿਆਨ ਕਿਛ ਕਰਮ ਨ ਜਾਣਾ, ਸਾਰ ਨ ਜਾਣਾ ਤੇਰੀ। ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰਾਖੀ ਮੇਰੀ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਮੁਕੱਦਸ ਹਜ਼ੂਰੀ ਅੰਦਰ ਸੁਭਾਇਮਾਨ ਗੁਰੂ ਪਿਆਰੇ ਪਰਮ ਸਨਮਾਨਯੋਗ ਸਤਸੰਗੀ ਜਨੋ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕੀਤੀ ਹੈ। ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇਹ ਲਗਾਤਾਰ ਸਮਾਗਮ 2018 ਤੋਂ 10 ਸਤੰਬਰ ਤੋਂ ਸ਼ੁਰੂ ਕੀਤਾ ਸੀ, ਉਹਦੀ ਸਮਾਪਤੀ 2 ਅਪ੍ਰੈਲ 2022 ਨੂੰ ਹੋਈ ਹੈ। ਔਰ ਇਹ ਲਗਾਤਾਰ ਤਕਰੀਬਨ 42-43 ਮਹੀਨਿਆਂ ਦਾ ਸਫ਼ਰ ਸਤਿਗੁਰੂ ਜੀ ਨੇ ਆਪ ਕਰਾਇਆ ਹੈ। ਸੱਚ ਤੇ ਇਹ ਹੈ ਕਿ ਨਾ ਹਮ ਕੀਆ ਨਾ ਕਰਹੈਂਗੇ, ਨਾ ਕਰ ਸਕਹਿ ਸਰੀਰ, ਕਿਆ ਜਾਨੋ ਕਿਛ ਹਰ ਕੀਆ ਭਇਓ ਕਬੀਰ ਕਬੀਰ। ਕਰੋੜਾਂ ਵਾਰੀ ਸ਼ੁਕਰਾਨਾ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ, ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦਾ, ਕਿ ਜਿਨ੍ਹਾਂ ਨੇ ਇਹ ਰਹਿੰਦੇ ਸਵਾਸਾਂ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਐਡਾ ਵੱਡਾ ਮਹਾ ਸਮਾਗਮ ਰੂਪ ਦੇ ਵਿੱਚ ਸੁਭਾਗ ਬਖਸ਼ਿਆ। ਆਪ ਸਾਰੀਆਂ ਸੰਗਤਾਂ ਜਿੱਥੇ ਵਡਭਾਗੀ ਹੋ, ਜਿੱਥੇ ਕਈ ਸੰਗਤਾਂ ਐਸੀਆਂ ਨੇ ਜਿਨ੍ਹਾਂ ਨੇ ਸ਼ੁਰੂਆਤ ਤੋਂ ਲੈ ਕੇ ਇੱਕ ਓਂਕਾਰ ਤੋਂ ਲੈ ਕੇ 8, 18, 10, 20 ਤੱਕ ਹਾਜ਼ਰੀ ਭਰੀ ਹੈ ਇਸ ਪਾਠ ਦੀ। ਬਹੁਤ ਸੁਭਾਗਾ ਹੈ ਆਪ ਜੀ ਦਾ ਜੀਵਨ। ਕਈ ਸੰਗਤ ਐਸੀ ਹੈ ਜਿਹੜੀਆਂ ਸੰਗਤਾਂ ਨੇ ਆਰੰਭ ਤੇ ਲਗਾਤਾਰ ਕੀਤਾ, ਪਰ ਕਰੋਨਾ ਦੇ ਵਿੱਚ ਲੋਕਡਾਊਨ ਕਾਰਨ ਉਹਨਾਂ ਸੰਗਤਾਂ ਦਾ ਪਾਠ ਕੁਝ ਛੁੱਟਿਆ, ਫਿਰ ਉਹਨਾਂ ਨੇ ਸ਼ੁਰੂ ਕਰ ਦਿੱਤਾ। ਅਤੇ ਕੁਝ ਐਸੀਆਂ ਸੰਗਤਾਂ ਨੇ ਜਿਨ੍ਹਾਂ ਨੇ ਸ਼ੁਰੂਆਤ ਕੀਤੀ, ਪਰ ਵਿੱਚੋਂ ਬਹੁਤ ਸਾਰਾ ਸਮਾਂ ਉਹ ਸਹਿਜ ਪਾਠ ਨਹੀਂ ਸਰਵਣ ਕਰ ਸਕੇ, ਪਰ ਉਹਨਾਂ ਨੇ 9ਵੇਂ ਮਹੱਲੇ ਦੇ ਸ਼ਲੋਕਾਂ ਦੇ ਵਿੱਚ ਅਤੇ ਅੰਤਮ ਜਿਹੜੇ ਸ਼ਲੋਕ ਵਾਰਾਂ ਤੇ ਵਧੀਕ ਜਾਂ ਇਸ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਭੱਟਾਂ ਦੀ ਬਾਣੀ, ਇੱਥੋਂ ਪਾਠ ਕਰਨਾ ਸ਼ੁਰੂ ਕਰ ਦਿੱਤਾ ਸੀ। ਸੋ ਸਤਿਗੁਰੂ ਜੀ ਦੀ ਕਿਰਪਾ ਐਸੀ ਹੈ। ਕਵੀ ਸੰਤੋਖ ਸਿੰਘ ਚੂੜਾਮੜ ਹੋਰਾਂ ਨੇ ਆਖਿਆ ਕਿ ਜੇ ਸਾਰੇ ਪਾਠ ਦੇ ਵਿੱਚ ਹਾਜ਼ਰੀ ਨਾ ਲੱਗੇ, ਵਿੱਚੋਂ ਕੁਝ ਰਹਿ ਵੀ ਜਾਏ, ਜੇ ਸ਼ਲੋਕ ਮਹਲਾ 9ਵਾਂ ਦੇ ਵਿੱਚ ਹਾਜ਼ਰੀ ਭਰ ਲਈ ਜਾਏ, ਤੇ ਪਾਠ ਦਾ ਪੂਰਨ ਮਜ਼ਮੂਨ ਤੇ ਪੂਰਨ ਭਾਵ ਸਿੱਖ ਦੇ ਜੀਵਨ ਨੂੰ ਪ੍ਰਾਪਤ ਹੁੰਦਾ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ ਇਹ ਭਾਵ ਆਪ ਸੰਗਤਾਂ ਨੇ ਸ਼ੁਰੂ ਤੋਂ ਲੈ ਕੇ ਅੰਤ ਤੱਕ। ਸੋ ਵੱਡੀ ਗੱਲ ਇਹ ਹੈ ਕਿ ਆਪ ਸੰਗਤਾਂ ਦੇ ਆਸ਼ੀਰਵਾਦ ਸਦਕਾ ਹੀ ਦਾਸ ਤੇ ਭਾਈ ਸਾਹਿਬ ਭਾਈ ਰਜਵਿੰਦਰ ਸਿੰਘ ਜੀ, ਜਾਂ ਕੁਝ ਸਮਾਂ ਕੁਝ ਅੰਗ ਭਾਈ ਸਾਹਿਬ ਭਾਈ ਹਰਬੰਸ ਸਿੰਘ ਨੇ ਕੀਤੇ,
ਹਾਂ ਗੁਰਪੁਰਵਾਸੀ ਭਾਈ ਸਾਹਿਬ ਭਾਈ ਹਰੀ ਸਿੰਘ ਜੀ ਦੀ ਵੀ ਹਾਜ਼ਰੀ। ਸੋ ਸਤਿਗੁਰ ਜੀ ਸਾਰਿਆਂ ਦਾ ਇਹ ਮਜ਼ਮੂਨ ਜਿਹੜਾ ਗੁਰਸਿੱਖਾਂ ਦਾ, ਕਿਉਂਕਿ ਇਹ ਅਸੀਂ ਕਹੀਏ ਕਿ ਅਸੀਂ ਕੀਤਾ ਕਰਾਇਆ ਸਤਿਗੁਰ ਸੱਚੇ ਪਾਤਸ਼ਾਹ ਨੇ। ਅਸੀਂ ਸਾਰੇ ਵਿਦਿਆਰਥੀ ਹਾਂ, ਭਾਈ ਸਾਹਿਬ ਭਾਈ ਰਜਵਿੰਦਰ ਸਿੰਘ ਦਾਸ ਸਾਰੇ, ਤੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਨਾਨਕ ਗੁਰੂ ਗੋਬਿੰਦ ਸਿੰਘ ਹੀ ਹੈਗੇ ਹੈ, ਗੁਰੂ ਨਾਨਕ ਸਾਹਿਬ ਹੀ ਹੈਗੇ ਹੈ। ਸੋ ਆਪ ਸੰਗਤਾਂ ਦੀ ਹੁਕਮ ਸਦਕਾ ਫਿਰ ਅਸੀਂ ਪੰਜ ਗ੍ਰੰਥੀ ਤੋਂ ਅਰਬਤਾ ਕੀਤੀ ਹੈ, ਤਾਂ ਕਿ ਜਿਹੜੇ ਪਿਛਲੇ ਮਜ਼ਮੂਨ ਅਸੀਂ, ਕਿਉਂਕਿ ਲੜੀਵਾਰ ਪਾਠ ਦੀ ਮਜਬੂਰੀ ਵੀ ਸੀ ਕਿ ਅਗਾਂਹ ਅਸੀਂ ਅੰਜਾਮ ਤੱਕ ਪਹੁੰਚਣਾ ਹੈ, ਉਸ ਕਰਕੇ ਅਸੀਂ ਬਹੁਤਾ ਵਿਸਥਾਰ ਨਹੀਂ ਸੀ ਕਰ ਸਕੇ। ਔਰ ਖਾਸ ਕਰਕੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਹਾਨ ਨੇ। ਆਪ ਸੰਗਤਾਂ ਨੂੰ ਅਕਸਰ ਯਾਦ ਹੋਏਗਾ ਕਿ ਦਾਸ ਕਥਾ ਕਰਦੇ ਹੋਏ ਬੇਨਤੀ ਕਰਦਾ ਸੀ ਕਿ ਇਹਨਾਂ ਦੇ ਨਾਲ ਹੋਰ ਸਾਖੀਆਂ ਦਾ ਵਿਸਥਾਰ ਹੈ, ਪਰ ਸਮਾਂ ਇਜਾਜ਼ਤ ਨਹੀਂ ਸੀ ਦਿੰਦਾ। ਸੋ ਉਹਨਾਂ ਸਾਖੀਆਂ ਦਾ ਵਿਸਥਾਰ ਹੁਣ ਯਤਨ ਕੀਤਾ ਜਾਏਗਾ। ਗੁਰਮੁਖ ਸਿੱਖਿਆ ਹੈ, ਗੁਰਮੁਖ ਜੀਵਨ ਹੈ, ਪ੍ਰੋਫੈਸਰ ਸਾਹਿਬ ਸਿੰਘ ਦੀ ਲਿਖਤ ਹੈ, ਔਰ ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਨੇ, ਡਾਕਟਰ ਗੁਲਜ਼ਾਰ ਸਿੰਘ ਕੰਗ ਦੇ ਟੀਕੇ, ਡਾਕਟਰ ਓਂਕਾਰ ਸਿੰਘ, ਹੋਰ ਜਿੰਨੇ ਜਪਜੀ ਸਾਹਿਬ ਦੇ ਟੀਕੇ ਨੇ, ਉਹਨਾਂ ਸਾਰਿਆਂ ਦੇ ਦਰਸ਼ਨ ਕਰਕੇ ਸੰਪਰਦਾਈ ਟੀਕੇ ਨੇ, ਉਹਨਾਂ ਦੇ ਵਿੱਚ ਸਾਖੀਆਂ ਨੇ। ਉਹ ਸਾਰਾ ਕੁਝ ਖਾਸ ਕਰਕੇ ਸਾਖੀਆਂ ਰੂਪ ਦੇ ਵਿੱਚ ਹੁਣ ਬਾਣੀ ਨੂੰ ਸਮਝਣ ਦਾ ਅਸੀਂ ਯਤਨ ਕਰਾਂਗੇ। ਸੋ ਆਪ ਬਖਸ਼ੋ ਅਸੀਸ। ਆਪ ਸੰਗਤਾਂ ਦਾ ਜਿੰਨਾ ਸ਼ੁਕਰਾਨਾ ਕਰੀਏ ਉਹ ਘੱਟ ਹੈ। ਜਿਸ ਤਰ੍ਹਾਂ ਆਪ ਜੀ ਨੇ ਸਨਮਾਨ ਬਖਸ਼ਿਆ ਦਾਸ ਨੂੰ, ਭਾਈ ਸਾਹਿਬ ਜੀ ਹੋਰਾਂ ਨੂੰ, ਉਹ ਕਿਸੇ ਵੀ ਲਫ਼ਜ਼ ਦੇ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ। ਬਸ ਅਦਭੁਤ ਪਰਮਦ ਬੁੱਧ ਬਿਸਮੈ ਬਿਸਮ ਅਸਚਰਜ ਹੈ, ਅਸਚਰਜ ਅਤ ਅਤ ਹੈ। ਇਹ ਕੋਈ ਅੰਤ ਨਹੀਂ ਸੀ, ਇਹ ਸ਼ੁਰੂਆਤ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਨਾਲ ਜੁੜਨ ਦੀ। ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੋਰ ਡੂੰਘਾਈ ਦੇ ਨਾਲ ਵਾਚਣ ਦੀ, ਸਮਝਣ ਦੀ। ਸੋ ਇਹਦੇ ਨਾਲ ਆਪ ਜੀ ਨੇ ਜ਼ਿੰਮੇਵਾਰੀਆਂ ਵੀ ਹੋਰ ਵਧਵਾਈਆਂ ਨੇ। ਇਹ ਜ਼ਿੰਮੇਦਾਰੀਆਂ ਵਧੀਆਂ ਨੇ, ਹੋਰ ਮਸ਼ੱਕਤ ਕਰਨ ਦਾ, ਹੋਰ ਮਿਹਨਤ ਕਰਨ ਦਾ, ਹੋਰ ਬਾਣੀ ਨੂੰ ਜਾਣਨ ਦਾ, ਹੋਰ ਗੁਰੂ ਸਾਹਿਬ ਦੇ ਨਜ਼ਦੀਕ ਹੋਣ ਦਾ। ਸਤਿਗੁਰੂ ਜੀ ਆਪ ਹੀ ਭਾਵ ਬਖਸ਼ਣ। ਸੋ ਬਖਸ਼ੋ ਅਸੀਸ। ਸ਼ੁੱਧ ਪਾਠ ਭਾਈ ਸਾਹਿਬ ਜੀ ਆਪ ਜੀ ਨੂੰ ਸਰਵਣ ਕਰਾਉਣਗੇ ਤੇ ਦਾਸ ਯਤਨ ਕਰੇਗਾ ਕਿ ਜਿੰਨਾ ਇਹਦਾ ਵਿਸਥਾਰ ਸਾਖੀ ਰੂਪ ਦੇ ਵਿੱਚ ਹੋ ਸਕੇ, ਤਾਂ ਕਿ ਇਹ ਬਾਣੀ ਸਾਡੇ ਰੋਮ ਰੋਮ ਵਿੱਚ ਵਸ ਜਾਏ। ਸੋ ਬਖਸ਼ੋ ਅਸੀਸ। ਅੱਜ ਸਤਿਗੁਰੂ ਜੀ ਨੇ ਫਿਰ 14 ਦਿਨਾਂ ਬਾਅਦ ਆਪ ਸੰਗਤਾਂ ਦੀ ਸੇਵਾ ਕਰਨ ਦਾ ਸੁਭਾਗ ਬਖਸ਼ਿਆ। ਕੋਈ ਵੀ ਰਸਨਾ ਵਿਰਬੀ ਨਾ ਰੇ, ਗੱਜ ਵੱਜ ਕੇ ਗੁਰੂ ਬਖਸ਼ੀ ਫਤਿਹ ਸਾਂਝੀ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਰਲੇਖ ਆਪ ਜੀ ਸਰਵਣ ਕਰ ਰਹੇ ਹੋ ਔਰ ਪੜ੍ਹ ਵੀ ਰਹੇ ਹੋ। ਜਪ ਜੀ ਸਾਹਿਬ ਗੁਟਕਿਆਂ ਦੇ ਵਿੱਚ, ਪੋਥੀ ਸਾਹਿਬ ਦੇ ਵਿੱਚ, ਸੈਂਚੀਆਂ ਵਿੱਚ ਲਿਖਿਆ ਹੁੰਦਾ ਹੈ। ਬਾਣੀ ਦਾ ਨਾਮ ਜਪ ਹੀ ਹੈ, ਪਰ ਸਤਿਕਾਰ ਦੇ ਲਈ ਅਸੀਂ ਜਪ ਜੀ ਸਾਹਿਬ ਲਿਖਦੇ ਹਾਂ। ਇਹ ਐਸੀ ਬਾਣੀ ਹੈ ਜਿਸ ਬਾਣੀ ਦਾ ਕੋਈ ਸਿਰਲੇਖ ਨਹੀਂ ਹੈ। ਅਸੀਂ ਕਹੀਏ ਜਪ ਸਿਰਲੇਖ, ਜਪ ਸਿਰਲੇਖ ਨਹੀਂ। ਜਪ ਤੇ ਅਸਲ ਮੂਲ ਮੰਤਰ ਤੋਂ ਬਾਅਦ ਹੀ ਲਿਖਿਆ ਗਿਆ। ਜੇ ਸਿਰਲੇਖ ਦੇਖੀਏ ਇਸ ਬਾਣੀ ਦਾ, ਤੇ ਇਸ ਬਾਣੀ ਦਾ ਸਿਰਲੇਖ ਹੀ ਮੂਲ ਮੰਤਰ ਹੈ। ਇਸ ਬਾਣੀ ਦਾ ਮਜ਼ਮੂਨ ਸਿਰਲੇਖ ਆਖੀਏ, ਉਹਨੂੰ ਮੰਗਲਾਚਰਨ ਅਸੀਂ ਇੱਕ ਓਂਕਾਰ ਤੋਂ ਗੁਰਪ੍ਰਸਾਦ ਆਖ ਸਕਦੇ ਹਾਂ। ਨਾ ਇਸ ਬਾਣੀ ਦੇ ਉੱਤੇ ਮਹੱਲਾ ਪਹਿਲਾ ਲਿਖਿਆ, ਨਾ ਇਸ ਬਾਣੀ ਉੱਤੇ ਰਾਗ ਦਾ ਕੋਈ ਨਾਮ ਲਿਖਿਆ, ਤੇ ਨਾ ਹੀ ਕੋਈ ਕਾਵ ਸ਼ੈਲੀ ਦੀ ਬੰਦਸ਼ ਵਿੱਚ ਇਹ ਬੱਜੀ ਹੋਈ ਬਾਣੀ ਹੈ। ਡਾਕਟਰ ਗੁਲਜ਼ਾਰ ਸਿੰਘ ਕੰਗ 8 ਪੁਆਇੰਟ ਇਸ ਬਾਣੀ ਬਾਰੇ ਲਿਖਦੇ ਨੇ ਆਪਣੇ ਟੀਕੇ ਦੇ ਵਿੱਚ। ਗੁਰਪੁਰਵਾਸੀ ਡਾਕਟਰ ਗੁਲਜ਼ਾਰ ਸਿੰਘ ਕੰਗ ਕਹਿੰਦੇ ਹੈ ਕਿ ਪਹਿਲੀ ਗੱਲ ਤੇ ਜਿਹੜੀ ਇਹ ਜਪਜੀ ਸਾਹਿਬ ਜਪ ਬਾਣੀ ਹੈ, ਇਹਦਾ ਜਿਹੜਾ ਮੂਲ ਮੰਤਰ ਹੈ, ਜਿਹੜਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਜਿਹੜਾ ਅਸੀਂ ਪੜ੍ਹਦੇ ਹਾਂ ਗੁਰਪ੍ਰਸਾਦ ਤੱਕ, ਇਹ ਇਉਂ ਸਮਝੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਇਹ ਐਸੀ ਬਾਣੀ ਹੈ ਜਿਹੜੀ ਪਾਰ ਬ੍ਰਹਮ ਪਰਮੇਸ਼ਵਰ ਦੇ ਰੂਪ ਨੂੰ ਨਹੀਂ ਬਿਆਨ ਕਰਦੀ, ਬਲਕਿ ਪਾਰ ਬ੍ਰਹਮ ਪਰਮੇਸ਼ਵਰ ਕੀ ਹੈ ਉਹਦਾ ਜਪ ਹੀ ਬਿਆਨ ਕਰਦੀ ਹੈ। ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਕਿਸੇ ਸ਼ਕਤੀ ਦਾ ਜਪ ਨਹੀਂ ਹੈ। ਇਹ ਵਾਹਿਗੁਰੂ ਜੀ ਦਾ ਇੱਕ ਦਾ ਜਪ ਹੈ, ਓਂਕਾਰ ਦਾ ਜਪ ਹੈ, ਫਿਰ ਉਸ ਤੋਂ ਬਾਅਦ ਸਤ ਦਾ ਜਪ ਹੈ, ਫਿਰ ਨਾਮ ਦਾ ਜਪ ਹੈ, ਫਿਰ ਕਰਤਾ ਦਾ ਜਪ ਹੈ, ਫਿਰ ਪੁਰਖ ਦਾ ਨਿਰਭਉ ਦਾ ਜਪ ਹੈ, ਨਿਰਵੈਰ ਦਾ ਜਪ ਹੈ, ਅਕਾਲ ਦਾ ਜਪ ਹੈ, ਜਿਹੜੀ ਮੂਰਤ ਹੈ, ਜਿਹੜਾ ਸਾਰਿਆਂ ਦੇ ਵਿੱਚ ਹੋ ਕੇ ਵੀ ਕੁਝ ਨਹੀਂ ਹੈ, ਇਹ ਅਕਾਲ ਮੂਰਤ ਦਾ ਜਪ ਹੈ, ਆਜੂਨੀ ਦਾ ਜਪ ਹੈ, ਸਹਿ ਭੰਗ ਦਾ, ਤੇ ਗੁਰਪ੍ਰਸਾਦ ਦੀ ਪ੍ਰਾਪਤੀ ਦਾ ਜਪ ਹੈ ਕਿ ਗੁਰੂ ਦੀ ਕਿਰਪਾ ਕਿਵੇਂ ਪ੍ਰਾਪਤ ਕੀਤੀ ਜਾਏ। ਇਸ ਤੋਂ ਬਾਅਦ ਉਹ ਜ਼ਿਕਰ ਕਰਦੇ ਆ ਕਿ ਇਹ ਬਾਣੀ ਦੇ ਵਿੱਚ ਕੋਈ ਰਹਾਉ ਨਹੀਂ ਹੈ।
ਤੁਸੀਂ ਇਸ ਬਾਣੀ ਦੇ ਵਿੱਚ ਕੋਈ ਰਹਾਉ ਨਹੀਂ ਪੜੋਗੇ। 2 ਸ਼ਲੋਕ ਨੇ, ਕਿਉਂਕਿ ਇਹ ਸ਼ਲੋਕ ਹੈ ਆਦ ਸੱਚ ਜੁਗਾਦ ਸੱਚ, ਤੇ ਇੱਕ ਸ਼ਲੋਕ ਜਿਨੀ ਨਾਮ ਧਿਆਇਆ, ਤੇ 38 ਪੌੜੀਆਂ ਨੇ। ਇਸ ਬਾਣੀ ਦੇ ਵਿੱਚ ਇੱਕ ਵੀ ਰਹਾਉ ਨਹੀਂ ਹੈ, ਤੇ ਨਾ ਹੀ ਕਿੱਥੇ ਪੌੜੀ ਲਫ਼ਜ਼ ਲਿਖਿਆ ਹੋਇਆ ਹੈ ਜਿੱਥੋਂ ਅਸੀਂ ਪੜ੍ਹੀਏ ਕਿ ਸ਼ਾਇਦ ਇਹ ਪੌੜੀਆਂ ਲਿਖੀਆਂ ਨਹੀਂ। ਹਾਂ, ਜਿਸ ਤਰ੍ਹਾਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਰਹਾਉ ਪੜ੍ਹਦੇ ਹਾਂ, ਸੋ ਵਿਦਵਾਨ ਇਹ ਕਹਿੰਦੇ ਹੈ ਕਿ ਜੇ ਅਸੀਂ ਕਹੀਏ ਕਿ ਇੱਕ ਸ਼ਬਦ ਦਾ ਕੋਈ ਰਹਾਉ ਦੀ ਕੋਈ ਤੁਕ ਹੁੰਦੀ ਹੈ, ਜਿਸ ਤਰ੍ਹਾਂ ਇਹ ਤੇਲ ਦੀਵਾ ਇਉਂ ਜਲੈ ਕਰ ਚਾਨਣ ਸਾਹਿਬ ਤਉ ਮਿਲੈ, ਇਹ ਰਹਾਉ 2 ਨੇ ਸ਼ਬਦ ਦੇ, ਇੱਕ ਰਹਾਉ ਕੋਈ ਵੀ ਲੈ ਲਈਏ। ਜਿਸ ਤਰ੍ਹਾਂ ਇੱਕ ਸ਼ਬਦ ਦਾ ਰਹਾਉ ਹੁੰਦਾ, ਇਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਜੇ ਸਾਰਾ ਰਹਾਉ ਸਮਝਣਾ, ਫਿਰ ਵਿਦਵਾਨ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਰਹਾਉ ਜੇ ਹੈ ਤੇ ਫਿਰ ਉਹ ਜਪ ਬਾਣੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨ ਰਹਾਉ ਹੀ ਜਪਜੀ ਸਾਹਿਬ ਦਾ ਪਾਠ ਹੈ, ਜਪਜੀ ਦੀ ਬਾਣੀ ਹੈ, ਔਰ ਇਹਦੀ ਹਰ ਇੱਕ ਤੁਕ ਰੁਕਣ ਵਾਲੀ ਤੇ ਵਿਚਾਰਨ ਵਾਲੀ ਹੈ, ਜਪ ਵਾਲੀ ਹੈ, ਇੱਕ ਇੱਕ ਤੁਕ ਰਹਾਉ ਹੈ। ਅਗਲੀ ਗੱਲ ਡਾਕਟਰ ਗੁਲਜ਼ਾਰ ਸਿੰਘ ਕੰਗ ਇਹ ਕਰਦੇ ਆ ਕਿ ਜਦ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਲੈਣੇ ਨੂੰ ਅੰਗਦ ਕੀਤਾ ਔਰ ਇਹ ਸਾਰੀ ਬਖਸ਼ਿਸ਼ਾਂ ਦਿੱਤੀਆਂ, ਉੱਥੇ ਫਿਰ ਗੁਰੂ ਨਾਨਕ ਸਾਹਿਬ ਨੇ ਆਪਣੀ ਕਮਾਈ ਵੀ ਦਿੱਤੀ, ਜੋਤ ਵੀ ਵਿੱਚੇ ਧਾਰੀ ਤੇ ਨਾਲ ਬਾਣੀ ਦਿੱਤੀ, ਤੇ ਬਾਣੀ ਦੇਣ ਦੇ ਨਾਲ ਸਤਿਗੁਰੂ ਜੀ ਨੇ ਉਸ ਬਾਣੀ ਦੇ ਸਾਰੇ ਨਿਚੋੜ ਨੂੰ 38 ਪੌੜੀਆਂ ਦੇ ਰੂਪ ਦੇ ਵਿੱਚ ਗੁਰੂ ਅੰਗਦ ਸਾਹਿਬ ਜੀ ਦੇ ਸਨਮੁਖ ਰੱਖਿਆ। ਤੇ ਗੁਰੂ ਅੰਗਦ ਸਾਹਿਬ ਜੀ ਨੇ ਪੁੱਛਿਆ ਕਿ ਸਤਿਗੁਰੂ ਜੀ ਇਹ 38 ਪੌੜੀਆਂ ਜਪਦੀਆਂ ਕੀ ਚੀਜ਼ ਹੈ? ਉਸ ਤਰ੍ਹਾਂ ਫਿਰ ਗੁਰੂ ਨਾਨਕ ਸਾਹਿਬ ਨੇ ਆਖਿਆ ਇਹਦਾ ਜ਼ਿਕਰ ਮਿਹਰਬਾਨ ਦੀ ਜਨਮ ਸਾਖੀ ਵਿੱਚ ਹੈ। ਮਿਹਰਬਾਨ ਵਾਲਾ ਜਿਹੜਾ ਜਨਮ ਸਾਖੀ 'ਚ ਲਿਖਦਾ ਹੈ, ਗੁਰੂ ਨਾਨਕ ਸਾਹਿਬ ਜੀ ਨੇ ਉਚਾਰਿਆ ਕਿ ਜਿਸ ਤਰ੍ਹਾਂ ਦਹੀਂ ਵਿੱਚੋਂ ਮੱਖਣ ਕੱਢ ਕੇ ਅੱਗੇ ਰੱਖਿਆ ਜਾਂਦਾ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਮੇਰੀ ਸਾਰੀ ਬਾਣੀ ਦਹੀਂ ਵਿੱਚੋਂ ਜਿਹੜਾ ਇਹ ਮੱਖਣ ਹੈ ਇਹ 38 ਪੌੜੀਆਂ ਹੈ, ਇਹ ਲੈਣਾ ਜੀ ਦੇ ਸਨਮੁਖ ਰੱਖਿਆ। ਇਹ ਮਜ਼ਮੂਨ ਬਾਣੀ ਦਾ ਇਸ ਤਰ੍ਹਾਂ ਚੱਲਦਾ ਹੈ। ਅੱਗੇ ਫਿਰ ਇਸ ਬਾਣੀ ਬਾਰੇ ਹੋਰ ਜੇ ਵਿਦਵਾਨਾਂ ਦੀ ਰਾਏ ਦੇਖੀਏ, ਵਿਸਤਾਰ ਦੇਖੀਏ, ਬਹੁਤ ਵਿਸਮਾਦ ਹੈ, ਕਿਉਂਕਿ ਇਹ ਬਾਣੀ ਕਰਤੇ ਦਾ ਜਪ ਹੈ ਔਰ ਇਹਦੇ ਵਿੱਚ ਲਫ਼ਜ਼ ਸਤ ਨਾਮ ਹੈ, ਸਤ ਸੱਤੇ ਤੇ ਸਤ ਸੱਚ, ਇਹ ਦੋਨੋਂ ਅੱਖਰ ਲੈ ਕੇ ਬੈਠਾ ਹੈ। ਕਈ ਚੀਜ਼ਾਂ ਸੱਤੇ ਹੈਗੀਆਂ ਤੇ ਕਈ ਚੀਜ਼ਾਂ ਸਤ ਹੈਗੀਆਂ। ਸਤ ਔਰ ਸੱਤੇ ਵਿੱਚ ਫਰਕ ਕੀ ਹੈ? ਸਤ ਦਾ ਮਤਲਬ ਹੈ ਜਿਹੜਾ ਐਗਜ਼ਿਸਟ ਕਰਦਾ, ਜਿਹਨੂੰ ਐਗਜ਼ਿਸਟੈਂਸ ਕਹਿੰਦੇ ਆ, ਹੋਂਦ। ਸੱਤਿਆ ਕਹਿੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਟਰੁੱਥ। ਟਰੁੱਥ ਔਰ ਐਗਜ਼ਿਸਟੈਂਸ ਦੋਨੋਂ ਵੱਖਰੇ ਵੱਖਰੇ ਨੇ। ਹੋ ਸਕਦਾ ਕਿ ਮੈਂ ਕਹਾਂ ਕਿ ਇੱਥੇ ਰਾਤ ਹੈ ਤੇ ਇਹ ਟਰੁੱਥ ਹੈ, ਪਰ ਇਹ ਐਗਜ਼ਿਸਟੈਂਸ ਨਹੀਂ ਹੈ। ਇੱਥੋਂ 1000 ਮੀਲਾਂ ਦੂਰ ਸਵੇਰ ਵੀ ਹੋਏਗੀ ਕਿਥੇ ਹੋਰ। ਸੱਤਿਆ ਔਰ ਸਤ ਵਿੱਚ ਬੜਾ ਫਰਕ ਹੈ। ਦੁਨੀਆ ਦੇ ਵਿੱਚ 2 into 2 ਅਸੀਂ ਕਹੀਏ 4 ਹੁੰਦਾ ਹੈ, ਜਦ 2 + 2 4, 2 + 2 5 ਨਹੀਂ ਹੁੰਦਾ। ਹਾਂ, 2 + 2 4 ਟਰੁੱਥ ਹੈ, ਪਰ ਐਗਜ਼ਿਸਟੈਂਸ ਨਹੀਂ ਹੈ ਉਹਦੀ। ਇਹ ਮਨੁੱਖ ਦਾ ਬਣਾਇਆ ਹੋਇਆ। ਹੁਣ ਬੰਦਾ ਸੁਪਨਾ ਦੇਖਦਾ, ਸੁਪਨਾ ਦੇਖਿਆ ਮਨੁੱਖ ਨੇ, ਸੁਪਨਾ ਦੇਖਿਆ, ਪਰ ਜਦ ਅੱਖ ਖੁੱਲ ਗਈ ਹੈ ਪਰ ਟਰੁੱਥ ਨਹੀਂ ਹੈ। ਇਹਦਾ ਮਤਲਬ ਸੁਪਨਾ ਸੱਤ ਤੇ ਹੈ ਪਰ ਸੱਤੇ ਨਹੀਂ ਹੈ। ਅਸੀਂ ਵੇਖਿਆ ਕਿੱਥੇ ਤੇ ਐਗਜ਼ਿਸਟ ਕੀਤਾ ਸੀ ਨਾ, ਸੱਤ ਸੀ ਨਾ, ਪਰ ਟਰੁੱਥ ਨਹੀਂ ਹੈ। ਅੱਖ ਖੁੱਲੀ ਤੇ ਸਭ ਕੁਝ ਨਿਕਲ ਗਿਆ। ਇਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਕਈ ਚੀਜ਼ਾਂ ਸੱਤੇ ਹੈਗੀਆਂ ਔਰ ਕਈ ਚੀਜ਼ਾਂ ਸੱਤ ਨੇ, ਪਰ ਪਾਰ ਬ੍ਰਹਮ ਪਰਮੇਸ਼ਵਰ ਦਾ ਉਚਾਰਨ ਕੀਤਾ ਹੋਇਆ ਆ ਨਾਮ, ਜਿਹਨੂੰ ਅਸੀਂ ਸਤ ਨਾਮ ਕਹਿੰਦੇ ਹਾਂ, ਜਿਹੜਾ ਇੱਕ ਓੰਕਾਰ ਹੈ, ਇਹ ਸਤ ਵੀ ਹੈ ਤੇ ਇਹ ਸੱਤੇ ਵੀ ਹੈ। ਇਹਦੇ ਵਿੱਚ ਦੋਨੋਂ ਚੀਜ਼ਾਂ ਪਈਆਂ ਨੇ। ਇਹ ਜਪ ਬਾਣੀ ਦੇ ਵਿੱਚ ਸਤ ਵੀ ਹੈ, ਟਰੁੱਥ ਵੀ ਹੈ, ਔਰ ਇਹਦੇ ਨਾਲ ਐਗਜ਼ਿਸਟੈਂਸ ਵੀ ਹੈ। ਇਹਦੇ ਬਾਰੇ ਜ਼ਿਕਰ ਕੀਤਾ ਕਵੀ ਸੰਤੋਖ ਸਿੰਘ ਨੇ। ਕਹਿੰਦੇ ਜਿਸ ਸਿੱਖ ਨੂੰ ਆਪਣੇ ਆਪ ਨੂੰ ਸਿੱਖ ਕਹਿਣ ਦਾ ਮਾਣ ਹੋਏ ਪਰ ਉਹਨੂੰ ਜਪਜੀ ਸਾਹਿਬ ਨਾ ਯਾਦ ਹੋਏ, ਉਹ ਇਵੇਂ ਹੈ ਜਿਸ ਤਰ੍ਹਾਂ ਝੋਨੇ ਦੀ ਫਸਲ ਦੇ ਵਿੱਚ ਤੁਖ ਤੇ ਹੈ ਪਰ ਅੰਦਰ ਦਾਣਾ ਨਹੀਂ। ਬਾਹਰੋਂ ਫਸਲ ਤੇ ਉੱਗੀ ਪਈ, ਅੰਦਰ ਦਾਣਾ ਨਹੀਂ। ਸਿੱਖ ਹੋਣ ਦਾ ਮਾਣ ਕਰੇ ਔਰ ਉਹਨੂੰ ਜਪ ਕੰਠ ਨਾ ਹੋਏ। ਔਰ ਜਪਜੀ ਸਾਹਿਬ ਦੀ ਸਭ ਤੋਂ ਪਹਿਲੀ ਜਿਹੜੀ ਪ੍ਰੀਤ ਪਈ ਨਾ, ਜੇ ਅਸੀਂ ਮਹਾਂਪੁਰਖਾਂ ਦੀ ਬੰਦਗੀ ਕਰਨ ਵਾਲਿਆਂ ਦੀ ਗੱਲ ਕਰੀਏ, ਬਾਬਾ ਹਰਬੰਸ ਸਿੰਘ ਦਿੱਲੀ ਵਾਲਿਆਂ ਦੀ ਇੱਕ ਗਾਥਾ ਚੱਲਦੀ ਹੈ ਨਨਕਾਣਾ ਸਾਹਿਬ ਦੀ ਸੇਵਾ ਪਾਰਟੀਸ਼ਨ ਤੋਂ ਪਹਿਲਾਂ ਦੀਆਂ, ਅਤੇ ਉਹਨਾਂ ਨੂੰ ਜੀਵਨ ਸਿੰਘ ਦੇ ਭਾਵ ਥੱਲੇ ਰਹਿਣ ਦਾ, ਸੇਵਾ ਕਰਨ ਦਾ ਸੁਭਾਗ ਮਿਲਿਆ ਕਾਰ ਸੇਵਾ ਵਾਲਿਆਂ ਨੂੰ। ਅਤੇ ਜੀਵਨ ਸਿੰਘ ਨੇ ਇੱਕ ਦਿਨ ਕਿਹਾ ਕਿ ਹਰਬੰਸ ਸਿੰਘ, ਤੁਹਾਨੂੰ ਪਤਾ ਹੈ ਕਿ ਜਪਜੀ ਦਾ ਮਜ਼ਮੂਨ ਕੀ ਹੈ, ਕੀ ਮਨੋਰਥ ਹੈ? ਅਤੇ ਹਰਬੰਸ ਸਿੰਘ ਕਹਿੰਦੇ ਨਹੀਂ। ਕਹਿੰਦੇ ਦੱਸੋ। ਕਹਿੰਦੇ ਇਹੀ ਤਾਂ ਗੱਲ ਹੈ, ਦੱਸਿਆ ਨਹੀਂ ਜਾ ਸਕਦਾ। ਜਿਵੇਂ ਸਮੁੰਦਰ ਨੂੰ ਬੰਦਾ ਵੇਖੇ ਤੇ ਕਹੇ ਕਿ ਸਮੁੰਦਰ ਲਹਿਰਾਂ ਨੇ, ਪਰ ਸਮੁੰਦਰ ਤੇ ਲਹਿਰਾਂ ਹੈ ਹੀ ਨਹੀਂ।
ਲਹਿਰਾਂ ਤੇ ਉਹਦਾ ਅਨੇਕ ਰੂਪ ਹੈ, ਪਰ ਇੱਕ ਤੇ ਸਮੁੰਦਰ ਹੈ, ਪਰ ਉਹ ਕੀ ਹੈ ਉਹ ਦੱਸਿਆ ਥੋੜੀ ਜਾ ਸਕਦਾ ਹੈ। ਕੋਈ ਕਹੇ ਜੀ ਨਦੀ ਕਿੱਥੇ ਹੈ, ਨਦੀ ਤੇ ਪਾਣੀ ਵਹਿ ਰਿਹਾ ਹੈ, ਪਰ ਨਦੀ ਕਿੱਥੇ ਹੈ, ਅਸਲ ਮਜ਼ਮੂਨ ਕਿਵੇਂ ਦੱਸਿਆ ਜਾ ਸਕਦਾ ਹੈ? ਅਸੀਂ ਜਦ ਵੀ ਕਿਸੇ ਚੀਜ਼ ਨੂੰ ਦੇਖਦੇ ਹਾਂ ਉਹਦੀ ਅਨੇਕਤਾ ਨੂੰ ਦੱਸ ਸਕਦੇ ਹਾਂ। ਕੋਈ ਮੈਨੂੰ ਵੇਖੇ, ਹਾਂ ਕੋਈ ਇਨਸਾਨ ਨੂੰ ਵੇਖੇ, ਦੋ ਅੱਖਾਂ, ਇੱਕ ਨੱਕ, ਮੂੰਹ, ਉਹਦਾ ਸਰੀਰ, ਉਹਦੀ ਅਨੇਕਤਾ ਦੇਖੀ ਜਾ ਸਕਦੀ ਹੈ। ਉਹ ਮੋਟਾ ਹੈ, ਪਤਲਾ ਹੈ, ਗੋਰਾ ਹੈ, ਕਾਲਾ ਹੈ, ਉਹ ਮਧਰਾ ਹੈ, ਉਹ ਲੰਬਾ ਹੈ, ਪਰ ਉਹ ਇੱਕ ਕੀ ਹੈ ਜਿਹੜਾ ਜੋਤ ਰੂਪ ਹੈ, ਉਹ ਤੇ ਅਸੀਂ ਦੇਖਦੇ ਨਹੀਂ। ਅਸਲ ਜਪਜੀ ਕੀ ਹੈ? ਜਪ ਜਿੰਨਾ ਚਿਰ ਤੱਕ ਇਹਦਾ ਜਪ ਨਾ ਕੀਤਾ ਜਾਏ ਉਹਨਾਂ ਚਿਰ ਤੱਕ ਇਹਦਾ ਮਨੋਰਥ ਪ੍ਰਗਟ ਨਹੀਂ ਹੋ ਸਕਦਾ। ਫਿਰ ਉਹਨਾਂ ਨੇ ਜੀਵਨ ਸਿੰਘ ਨੇ ਕਿਹਾ ਸੀ ਕਿ 60 ਪਾਠ ਰੋਜ਼ ਕਰ, ਤੇ 67 68 ਪਾਠ ਬਾਬਾ ਹਰਬੰਸ ਸਿੰਘ ਨੇ, ਇਹ ਮੈਂ ਇਸ ਲਈ ਜ਼ਿਕਰ ਕਰ ਰਿਹਾ ਕਿਉਂਕਿ ਇਹਦਾ ਸਿਰਲੇਖ ਹੀ ਜਪ ਹੈ। ਇਹਦੀ ਕਥਾ ਕੋਈ ਨਹੀਂ ਕਰ ਸਕਦਾ, ਇਹਦੀ ਕੋਈ ਵਿਚਾਰ ਨਹੀਂ ਕਰ ਸਕਦਾ। ਇਹ ਬਾਣੀ ਦਿੱਤੀ ਸਿਮਰਨ ਵਾਸਤੇ ਹੈ ਤੇ ਜਪ ਵਾਸਤੇ ਹੈ। ਸੰਤ ਅਤਰ ਸਿੰਘ ਮਸਤੂਆਣੇ ਵਾਲੇ ਨੂੰ ਜਿਸ ਵੇਲੇ ਉਹਨਾਂ ਨੂੰ ਫੌਜ ਵਿੱਚੋਂ ਚੇਟਕ ਲੱਗੀ ਨਾ ਬੰਦਗੀ ਦੀ, ਕਿ ਅਸੀਂ ਵੀ ਤੁਰੀਏ ਹੁਣ ਇਸ ਪਾਸੇ, ਤੇ ਜਦ ਸਾਰਾ ਕੁਝ ਛੱਡ ਕੇ ਹਜ਼ੂਰ ਸਾਹਿਬ ਦੀ ਧਰਤੀ ਤੇ ਪਹੁੰਚ ਗਏ, ਤੇ ਸਭ ਤੋਂ ਪਹਿਲੇ ਮਨ 'ਚ ਫੁਰਨਾ ਆਇਆ ਕਿ ਜਪਜੀ ਸਾਹਿਬ ਸ਼ੁਰੂਆਤ ਹੈ, ਇਹਦਾ ਅਰਥ ਸਮਝੀਏ, ਇਹਦਾ ਮਜ਼ਮੂਨ ਸਮਝੀਏ। ਤੇ ਉਸ ਮਜ਼ਮੂਨ ਨੂੰ ਸਮਝਣ ਦੇ ਲਈ ਬਾਬਾ ਸੰਤ ਅਤਰ ਸਿੰਘ ਮਸਤੂਆਣਾ ਵਾਲੇ ਨੇ 1.25 ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਨੇ। 1.25 ਲੱਖ ਜਪਜੀ ਸਾਹਿਬ ਦੇ ਪਾਠ ਕੀਤੇ ਨੇ 3 ਸਾਲਾਂ ਦੇ ਵਿੱਚ। ਉੱਥੇ ਰਹਿ ਕੇ ਨਗੀਨਾ ਘਾਟ ਵੀ ਬੈਠੇ, ਸ਼ਿਕਾਰ ਘਾਟ ਵੀ ਬੈਠ ਕੇ 25,000 ਪਾਠ, 1 ਲੱਖ ਪਾਠ ਨਗੀਨਾ ਘਾਟ, 25,000 ਸ਼ਿਕਾਰ ਘਾਟ। ਤੇ ਫਿਰ ਇਹ ਦੱਸਿਆ ਕਿ ਜਪਜੀ ਦੀ ਕਥਾ ਕੋਈ ਨਹੀਂ ਕਰ ਸਕਦਾ, ਇਹਨੂੰ ਕੋਈ ਵਿਚਾਰ ਨਹੀਂ ਕਰ ਸਕਦਾ। ਇਸ ਬਾਣੀ ਦਾ ਸਿਰਲੇਖ ਇਸ ਲਈ ਨਹੀਂ ਹੈ, ਰਾਗ ਇਸ ਲਈ ਨਹੀਂ ਹੈ, ਕਿਉਂਕਿ ਇਹ ਹੈ ਹੀ ਜਪ। ਜਿੰਨਾ ਸਿੱਖ ਇਹਨੂੰ ਆਪਣੇ ਜੀਵਨ ਵਿੱਚ ਜਪੇਗਾ, ਜਿੰਨਾ ਇਹਦੇ ਵਿੱਚੋਂ ਰਸ ਲਏਗਾ, ਉਹਨੂੰ ਜਪਜੀ ਸਾਹਿਬ ਦੇ ਮਜ਼ਮੂਨ ਬਾਰੇ ਸਮਝ ਆਏਗਾ। ਆਓ ਜੀ ਹੁਣ ਬਾਣੀ ਵੱਲ ਤੁਰੀਏ। ਵੈਸੇ ਤਾਂ ਹੋਰ ਬੜੀਆਂ ਗਾਥਾਵਾਂ, ਬਹੁਤ ਸਾਖੀਆਂ ਨੇ, ਭਾਈ ਵੀਰ ਸਿੰਘ ਨੇ ਇਹਦੇ ਬਾਰੇ ਲਿਖਿਆ, ਹੋਰ ਪੁਰਾਤਨ ਟੀਕੇ ਬੜੇ ਮਿਲਦੇ ਆ, ਪਰ ਆਓ ਅੱਜ ਸਮਾਂ ਇਜਾਜ਼ਤ ਨਹੀਂ ਦਿੰਦਾ, ਥੋੜ੍ਹਾ ਆਰੰਭ ਕਰੀਏ। ਕੱਲ੍ਹ ਨੂੰ ਫਿਰ ਅਸੀਂ ਇਸ ਮਜ਼ਮੂਨ ਵੱਲ ਤੁਰਾਂਗੇ, ਕਿਉਂਕਿ ਬਹੁਤ ਵਿਦਵਾਨ ਐਸੇ ਹੋਏ ਨੇ ਜਿਹੜੇ ਸਿੱਖ ਨਹੀਂ ਨੇ, ਉਹਨਾਂ ਨੇ ਵੀ ਜਪਜੀ ਸਾਹਿਬ ਨੂੰ ਸਿਜਦਾ ਕੀਤਾ। ਰਜਨੀਸ਼ ਵਰਗਿਆਂ ਨੇ ਵੀ ਆਪਣੀ ਕਿਤਾਬ ਜਦ ਇੱਕ ਓਂਕਾਰ ਸਤਨਾਮ ਲਿਖਿਆ, ਤੇ ਉਹਨੇ ਕਿਤਾਬ ਦੀ ਸ਼ੁਰੂਆਤ 'ਤੇ ਲਿਖਿਆ ਕਿ ਜਦ ਤੁਸੀਂ ਉਹਦਾ ਟਾਈਟਲ ਪਲਟ ਕੇ ਅਗਲਾ ਪੰਨਾ ਪੜ੍ਹੋਗੇ ਨਾ, ਇੱਕ ਓਂਕਾਰ ਸਤਨਾਮ ਥੱਲੇ ਲਿਖਿਆ यहाँ से गुजरा था, वो लिख रहा है यहाँ से गुजर रहा था, सोचा सलाम करता चलूँ। पर उन्हें सलाम कितना कीता है? उन्हें 800-600-700 ਪੰਨਿਆਂ ਦਾ ਸਲਾਮ ਕੀਤਾ। ਇਹਦਾ ਮਤਲਬ ਉਹ ਲਿਖ ਕੇ ਵੀ ਕਹਿੰਦਾ ਕਿ ਨਿਕਲਿਆ ਸੀ ਕਿ ਮੈਂ ਸਲਾਮ ਕਰ ਲਾਂ, पर लोग लिखता है जैसे जैसे मैं झुकता गया वैसे वैसे मैं ਉੱਚਾ होता गया। ਇਹ ਹੈ ਜਪਜੀ ਸਾਹਿਬ ਕਿ ਜਿਉਂ-ਜਿਉਂ ਮੈਂ ਝੁਕਦਾ ਗਿਆ ਸਲਾਮ ਕਰਨਾ ਸਿੱਖਿਆ ਕਿ ਇਹਨੂੰ ਵੀ ਸਲਾਮ ਕਰਾਂ, ਇਹਨੂੰ ਵੀ ਸਲਾਮ ਕਰਾਂ, ਇਹ ਵੀ ਨਮਸਕਾਰ ਕਰਨ ਵਾਲੀ ਬਾਤ ਹੈ। ਇਹ ਕੀ ਹੈ? ਇਸ ਬਾਣੀ ਦੇ ਵਿੱਚ ਹੁਕਮ ਪਤਾ ਲੱਗੇਗਾ, ਪ੍ਰਸ਼ਨ ਪੈਦਾ ਹੋਣਗੇ ਕਿ ਹੁਕਮ ਰਜ਼ਾਈ ਚੱਲਣਾ ਨਾਨਕ। ਇਹਦੇ ਇਸ ਬਾਣੀ ਦੇ ਵਿੱਚ ਇਹ ਪਤਾ ਲੱਗੇਗਾ ਕਿ ਇੱਥੇ ਬਹੁਤ ਸਿੱਧ ਜਤੀ ਜੋਗੀ ਕੋਈ ਅੰਤ ਨਾ ਪਾ ਸਕਿਆ। ਇਸ ਬਾਣੀ ਦੇ ਵਿੱਚ ਆਦੇਸ਼ ਤਿਸੈ ਆਦੇਸ਼ ਵਾਲੀ ਅਵਸਥਾ ਹੈ। ਇਸ ਬਾਣੀ ਦੇ ਵਿੱਚ ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ, ਇਹ ਨਦਰ ਕਰਮ ਤਿਨਕਾਰ ਦੀਆਂ ਬਾਤਾਂ ਨੇ। ਤੇ ਜਦ ਅਸੀਂ ਸੋਧਰ ਟੱਪਦੇ ਹਾਂ ਉਸ ਤੋਂ ਬਾਅਦ ਤੇ ਵਿਸਮਾਤ ਤੇ ਵੈਰਾਗ ਹੈ। ਸਿੱਖ ਆਪਣੀ ਮੱਤ ਤਿਆਗ ਦਿੰਦਾ, ਔਰ ਆਪਣੀ ਮੱਤ ਤਿਆਗ ਕੇ ਫਿਰ ਉਹ ਧਰਮਖੰਡ, ਗਿਆਨਖੰਡ, ਕਰਮਖੰਡ, ਸ਼ਰਮਖੰਡ ਤੇ ਸੱਚਖੰਡ ਦੇ ਸਫ਼ਰ 'ਤੇ ਤੁਰਦਾ ਹੈ। ਇਹਦੇ ਵਿੱਚ ਬੜੇ ਮਜ਼ਮੂਨ ਪਏ ਨੇ, ਨਾ ਇਹਨੂੰ ਕੋਈ ਬਿਆਨ ਕਰ ਸਕਿਆ, ਨਾ ਅੱਖਰਾਂ ਵਿੱਚ ਆਈ ਇਹ ਚੀਜ਼ ਕਿ ਕਿਉਂਕਿ ਜਿਨ ਇਹ ਲਿਖੇ ਤਿਸ ਸਿਰ ਨਾਹੇ, ਜੇ ਫਰਮਾਏ ਤਿਵ ਤਿਵ ਪਾਏ। ਸੋ ਆਓ ਜੀ ਇਹਦੇ ਵੱਲ ਆਰੰਭ ਕਰੀਏ। ਸਾਰੇ ਜੀ ਜਪੋ ਜੀ, ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਇੱਕ ਵਾਰੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ ਭਾਈ ਸਾਹਿਬ ਜੀ ਪੜ੍ਹੋ ਜੀ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ।
ਗੁਰੂ ਨਾਨਕ ਸਾਹਿਬ ਜੀ ਦੀ ਆਉਣ ਤੋਂ ਪਹਿਲਾਂ ਇਸ ਧਰਤੀ ਤੇ ਵੇਦ ਵੀ ਸਨ, ਸ਼ਾਸਤਰ, ਪੁਰਾਣ, ਸਿਮਰਤੀਆਂ। ਵੇਦਾਂ ਨੂੰ ਦੋ ਰੂਪ ਦੇ ਵਿੱਚ ਵੰਡਿਆ ਗਿਆ ਹੈ। ਇੱਕ ਰੂਪ ਵੇਦਾਂ ਦਾ ਹੈ ਮੰਤਰ, ਤੇ ਦੂਸਰੇ ਭਾਗ ਨੂੰ ਕਿਹਾ ਗਿਆ ਬ੍ਰਾਹਮਣ। ਪਹਿਲੇ ਰੂਪ ਦੇ ਵਿੱਚ ਵੇਦਾਂ ਦੇ ਮੰਤਰ, ਤੰਤਰ ਤੇ ਜੰਤਰ ਹੈ, ਔਰ ਜੋ ਜੀਵਨ ਦੇ ਵਿੱਚ ਆਏ ਦੁੱਖਾਂ ਸੁੱਖਾਂ, ਰੀਤ ਅਨੁਰੀਤ ਦੇ ਵਿੱਚ ਮੰਤਰ ਪੜ੍ਹ ਕੇ ਆਏ ਦੁੱਖਾਂ ਸੁੱਖਾਂ ਨੂੰ ਦੂਰ ਕੀਤਾ ਜਾਂਦਾ ਹੈ ਜਾਂ ਸੁੱਖਾਂ ਦੀ ਪ੍ਰਾਪਤੀ ਕੀਤੀ ਜਾਂਦੀ ਹੈ। ਪਰ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਇੱਕ ਐਸਾ ਮੰਤਰ ਦਿੱਤਾ ਜਿਹੜਾ ਮੰਤਰ ਸਾਰਿਆਂ ਮੰਤਰਾਂ ਤੋਂ ਉੱਤੇ ਹੈ। ਔਰ ਮੰਤਰ ਦਾ ਭਾਵ ਤਾਂ ਹੁੰਦਾ ਹੈ ਜਦ ਕੋਈ ਵੀ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਗੁਰਸਿੱਖ ਇਸ ਮੰਤਰ ਨੂੰ ਆਪਣੇ ਜੀਵਨ ਦਾ ਆਧਾਰ ਬਣਾਏ। ਸੋ ਕੁੱਲ ਮਿਲਾ ਕੇ ਜਿਹੜਾ ਤੁਸੀਂ ਹੁਣ ਮੂਲ ਮੰਤਰ, ਜਿਹਨੂੰ ਅਸੀਂ ਇੱਕ ਓੰਕਾਰ ਤੋਂ ਗੁਰਪ੍ਰਸਾਦ ਕਹਿੰਦੇ ਹਾਂ, ਸਿੱਖ ਜਗਤ ਵਿੱਚ ਇਹਨੂੰ ਮੂਲ ਮੰਤਰ ਵੀ ਆਖਿਆ ਗਿਆ। ਔਰ ਇੰਜ ਕਹੋ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਇਹ ਮੰਗਲਾਚਰਨ ਹੈ। ਪੂਰਨ ਗੁਰੂ ਗ੍ਰੰਥ ਸਾਹਿਬ ਦਾ, ਕੱਲਾ ਜਪਜੀ ਸਾਹਿਬ ਦਾ ਨਹੀਂ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਇਹ ਮੰਗਲਾਚਰਨ ਹੈ। ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦੁਨੀਆ ਦੇ ਤੰਤਰ ਮੰਤਰਾਂ ਦੀ ਨਿਖੇਧੀ ਹੈ ਕਿ ਕੋਈ ਵੀ ਤੰਤਰ ਮੰਤਰ ਕਿਸੇ ਤੇ ਵਿਸ਼ਵਾਸ ਨਹੀਂ ਕਰੇਗਾ ਸਿੱਖ। ਹਾਂ, ਜੇ ਕੋਈ ਮੰਤਰ ਵੱਡਾ ਹੈ ਤੇ ਗੁਰੂ ਦਾ ਸ਼ਬਦ ਸਾਰੇ ਮੰਤਰਾਂ ਤੋਂ ਉੱਚਾ ਮੰਤਰ ਹੈ, ਜਿਸ ਮੰਤਰ ਅੱਗੇ ਸਾਰੇ ਦੁਨੀਆ ਦੇ ਮੰਤਰ ਫਿੱਕੇ ਪੈ ਜਾਂਦੇ ਆ। ਔਰ ਇਸੇ ਕਰਕੇ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਕਿ ਸਿੱਖ ਦੇ ਜੀਵਨ ਦੇ ਹਰ ਕਾਰਜ ਦਾ ਆਧਾਰ ਇਹ ਮੰਗਲਾਚਰਨ ਮੂਲ ਮੰਤਰ ਹੋਏਗਾ। ਇसी ਮੂਲ ਮੰਤਰ ਦਾ ਛੋਟਾ ਰੂਪ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਬਣਾ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਾਣੀ ਦੀ ਸ਼ੁਰੂਆਤ ਅੱਗੇ ਪਾਤਾ, 524 ਵਾਰ ਪਾਤਾ ਕਿ ਸਿੱਖ ਜਦ ਬਾਣੀ ਪੜ੍ਹੇ ਤੇ ਉਹਦੇ ਮੂਲ ਮੰਤਰ ਦੇ ਕਈ ਰੂਪ ਪੜ੍ਹਦਾ। ਇਹ ਰੂਪ ਅਸੀਂ ਵੱਡੀ ਬਾਣੀ, ਆਸਾ ਕੀ ਵਾਰ ਵਰਗੀ ਬਾਣੀ, ਸਿੱਧ ਗੋਸ਼ਟ ਬਾਣੀ, ਦਖਣੀ ਓੰਕਾਰ, ਕਈ ਬਾਣੀਆਂ ਦੇ ਵਿੱਚ ਅਸੀਂ ਇਹ ਪੂਰਾ ਮੰਤਰ ਪੜਾਂਗੇ। 22 ਵਾਰਾਂ ਦੇ ਵਿੱਚ, ਕੁਝ ਵਾਰਾਂ ਦੇ ਵਿੱਚ ਇਹ ਪੂਰਾ ਮੂਲ ਮੰਤਰ ਲਿਖਿਆ ਆਇਆ। ਗੁਰੂ ਗ੍ਰੰਥ ਸਾਹਿਬ 'ਚ ਬਹੁਤ ਵਾਰੀ ਆਇਆ। ਗੁਰੂ ਗ੍ਰੰਥ ਸਾਹਿਬ 'ਚ ਪਰ 524 ਵਾਰੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਇਆ। ਇਹਦਾ ਛੋਟਾ ਰੂਪ ਦਿੱਤਾ ਗਿਆ ਕਿ ਸਿੱਖਾ ਜੇ ਹਰ ਬਾਣੀ ਪੜ੍ਹ ਰਿਹਾ ਤੇ ਇਸ ਮੰਤਰ ਨੂੰ ਆਰੰਭ ਕਰਕੇ ਚਲੀ। ਇਹ ਆਰੰਭਤਾ ਹੈ ਤੇਰੇ ਜੀਵਨ ਦੀ। ਔਰ ਇसी ਕਰਕੇ ਨਾ ਸਿਰਫ ਬਾਣੀ ਪੜ੍ਹਨ ਲੱਗਿਆਂ ਸਿੱਖ ਜਦ ਵੀ ਕੋਈ ਆਪਣੇ ਜੀਵਨ ਦਾ ਕਾਰਜ ਕਰੇ, ਧੰਨ ਗੁਰੂ ਨਾਨਕ ਸਾਹਿਬ ਨੇ ਭਾਈ ਲਹਿਣਾ ਨੂੰ ਆਖਿਆ ਹੈ ਕਾਰਜ ਸਿੱਧੀ ਦੇ ਲਈ ਇਹ ਜਿਹੜਾ ਮੰਤਰ ਮੂਲ ਦਿੱਤਾ ਹੈ, ਇਸ ਮੰਤਰ ਦਾ ਜਾਪ ਜ਼ਰੂਰ ਕਰਨਾ ਹੈ। ਇसी ਕਰਕੇ ਗੁਰੂ ਗੋਬਿੰਦ ਸਿੰਘ ਨੇ ਅਨੰਦਪੁਰ ਸਾਹਿਬ ਦੇ ਵਿੱਚ ਜਿਸ ਵੇਲੇ ਇੱਕ ਦਿਨ ਬਾਹਰ ਨਿਕਲੇ ਤੇ ਕਿਹਾ, ਸਿੱਖੋ ਮੇਰਾ ਨੀਲਾ ਤਿਆਰ ਕਰੋ। ਨੀਲਾ ਸਾਹਮਣੇ ਲਿਆਇਆ ਗਏ ਘੋੜਾ। ਮਹਾਰਾਜ ਕਹਿੰਦੇ ਕਿ ਮੈਂ ਨੀਲੇ ਤੇ ਚੜਾਂਗਾ। ਕੋਈ ਹੈ ਗੁਰੂ ਕਾ ਸਿੱਖ ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦਾ ਪੂਰਨ ਟੀਕਾ ਕਰ ਦੇ, ਜਿੰਨਾ ਚਿਰ ਤੇ ਮੈਂ ਘੋੜੇ ਦੀ ਰਕਾਬ ਦੇ ਵਿੱਚ ਪੈਰ ਪਾਉਣਾ ਕਿ ਘੋੜੇ ਤੇ ਸਵਾਰ ਹੋਣਾ। ਸਾਰੇ ਸਿੱਖ ਚੁੱਪ ਹੋ ਗਏ ਕਿ ਇੰਨਾ ਵੱਡਾ ਮਜ਼ਮੂਨ ਗੁਰੂ ਗ੍ਰੰਥ ਸਾਹਿਬ ਜੀ ਦਾ ਕਿ ਇੱਕ ਓੰਕਾਰ ਤੋਂ ਲੈ ਕੇ ਗੁਰੂ ਅਰਜਨ ਸਾਹਿਬ ਨੇ ਮੁੰਦਾਵਣੀ ਤੱਕ ਇਹ ਸਾਰੀ ਬਖਸ਼ਿਸ਼ ਕੀਤੀ ਹੈ ਕਿ ਇੰਨੇ ਕੁ ਸਮੇਂ ਦੇ ਵਿੱਚ ਕਿ ਗੁਰੂ ਗੋਬਿੰਦ ਸਿੰਘ ਘੋੜੇ ਦੇ ਉੱਤੇ ਸਵਾਰ ਹੋਣ, ਰਕਾਬ ਵਿੱਚ ਪੈਰ ਰੱਖਣ ਤੇ ਗੁਰੂ ਗ੍ਰੰਥ ਸਾਹਿਬ ਦਾ ਪੂਰਨ ਟੀਕਾ ਕਰਤਾ ਜਾਏ। ਸਾਰੇ ਚੁੱਪ ਹੋ ਗਏ, ਕੋਈ ਨਹੀਂ ਕਹਿ ਸਕਿਆ। ਪਰ ਇੱਕ ਸਿੱਖ ਜਿਹੜਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਦੇ ਵਿੱਚ ਘੋੜਿਆਂ ਦੀ ਸੇਵਾ ਕਰਦਾ ਸੀ, ਘਾਈ ਸੀ, ਉਹਨੇ ਕਿਹਾ, ਸਤਿਗੁਰੂ ਜੀ ਤੁਸੀਂ ਕਿਰਪਾ ਕਰੋ ਕਿ ਤੁਹਾਡੀ ਕਿਰਪਾ ਰਾਹੀਂ ਮੈਂ ਬਿਆਨ ਕਰ ਸਕਾਂ। ਮਹਾਰਾਜ ਕਹਿੰਦੇ, ਸਿੱਖਾ ਫਿਰ ਮੈਂ ਰਕਾਬ 'ਚ ਪੈਰ ਪਾਉਣਾ ਤੇ ਤੂੰ ਗੁਰੂ ਗ੍ਰੰਥ ਸਾਹਿਬ ਦੇ ਪੂਰਨ ਟੀਕਾ ਅਰਥ ਕਰੇਂਗਾ? ਕਹਿੰਦੇ ਜੀ ਹਾਂ। ਉਹਨੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅੰਦਰ ਨੂੰ ਪਰਖ ਲਿਆ, ਜਾਣ ਲਿਆ ਕਿ ਨਾਨਕ ਗੁਰੂ ਗੋਬਿੰਦ ਸਿੰਘ ਤੇ ਇੱਕ ਹੀ ਹੈ। ਜਦ ਗੁਰੂ ਨਾਨਕ ਸਾਹਿਬ ਨੇ ਲੈਣੇ ਨੂੰ ਕਿਹਾ ਸੀ ਕਿ ਭਈ ਮੂਲ ਹੀ ਇਹ ਹੈ, ਇਹ ਜੀਵਨ ਦਾ ਸਾਰ ਹੀ ਇਹ ਹੈ, ਤੇ ਗੁਰੂ ਗੋਬਿੰਦ ਸਿੰਘ ਨੇ ਰਕਾਬ 'ਚ ਪੈਰ ਪਾਇਆ। ਉਹਨੇ ਹੱਥ ਜੋੜ ਕੇ ਆਖਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਉਹਨੇ ਇਹ ਕਿਹਾ, ਸਿੱਖਾਂ ਨੇ ਸ਼ੰਕਾ ਕੀਤੀ, ਇਹ ਕੀ ਮਹਾਰਾਜ? ਇਹ ਮਹਾਰਾਜ ਕਹਿੰਦੇ ਫਿਰ ਬੋਲ। ਉਹਨੇ ਕਿਹਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਗੁਰੂ ਗੋਬਿੰਦ ਸਿੰਘ ਕਹਿੰਦੇ, ਸਿੱਖਾ ਨਿਹਾਲ ਨਿਹਾਲ ਨਿਹਾਲ। ਇਹੀ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਹੈ। ਇਹੀ ਪੂਰਨ ਗੁਰੂ ਗ੍ਰੰਥ ਸਾਹਿਬ ਜੀ ਦਾ ਅਰਥ ਹੈ। ਇੱਕ ਦੀ ਪਛਾਣ ਜਿਹੜਾ ਓੰਕਾਰ ਸਭ ਦੇ ਵਿੱਚ ਸਰਬੱਕ ਹੈ, ਸਤ ਵੀ ਹੈ ਤੇ ਸੱਤੇ ਵੀ ਹੈ, ਜਿਹਦਾ ਨਾਮ ਸਤ ਨਾਮ ਰਹਿਣ ਵਾਲਾ, ਪਰ ਮਿਲਦਾ ਉਹ ਪ੍ਰਸਾਦ ਕਿਰਪਾ ਦੇ ਨਾਲ ਹੈ ਜੀ। ਇੱਕ ਓੰਕਾਰ। ਓੰਗ ਜਿਹੜਾ ਲਫ਼ਜ਼ ਇਸ ਧਰਤੀ ਤੇ ਓਮ ਰੂਪ ਦੇ ਵਿੱਚ ਆਇਆ, ਇਹਨੂੰ ਥੋੜ੍ਹਾ ਜਿਹਾ ਅੱਜ ਵੇਖ ਲੈਂਦੇ ਹਾਂ, ਥੋੜ੍ਹਾ ਜਿਹਾ ਕੱਲ੍ਹ ਵੇਖਾਂਗੇ। ਓਮ ਲਫ਼ਜ਼ 3 ਅੱਖਰਾਂ ਤੋਂ ਬਣਦਾ ਹੈ। ਹਿੰਦੁਸਤਾਨੀ ਪਰੰਪਰਾ ਦੇ ਵਿੱਚ, ਵੇਦਾਂ ਦੀ ਪਰੰਪਰਾ ਦੇ ਵਿੱਚ ਜਦ ਵੀ ਓਮ ਲਿਖਿਆ ਜਾਏਗਾ ਉਹ ਆ ਤੋਂ ਲਿਖਿਆ ਜਾਏਗਾ। ਤੁਸੀਂ ਦੇਖਿਓ, ਓਮ ਨੂੰ ਲਿਖਣ ਵਾਸਤੇ ਜਿਹੜਾ ਗੁਰੂ ਨਾਨਕ ਸਾਹਿਬ ਜੀ ਦੀ ਪਰੰਪਰਾ, ਇਹ ਭਾਸ਼ਾਈ ਵਿਗਿਆਨ ਦੀਆਂ ਬਾਤਾਂ ਨੇ,
ਥੋੜ੍ਹਾ ਜਿਹਾ ਮੈਂ ਇਸ਼ਾਰਾ ਕਰ ਰਿਹਾ ਕਿਉਂਕਿ ਅਸੀਂ ਇਹ ਵਿਸਥਾਰ ਰੂਪ 'ਚ ਚਲੇ ਨਹੀਂ ਪਹਿਲਾਂ, ਥੋੜ੍ਹਾ ਜਿਹਾ ਹੁਣ ਵਿਸਥਾਰ ਸੰਪਰਦਾਈ ਵੀ ਦੇਖੀਏ, ਸੀਨਾ ਬਸੀਨਾ ਵਿਦਿਆ ਦੀ ਪ੍ਰਣਾਲੀਆਂ ਨੂੰ ਸਮਝੀਏ, ਫਿਰ ਸਾਨੂੰ ਇਹ ਚੀਜ਼ਾਂ ਕਦੀ ਜ਼ਿੰਦਗੀ ਵਿੱਚ ਭੁੱਲਣਗੀਆਂ ਨਹੀਂ। ਫਿਰ ਹਰ ਇੱਕ ਗੁਰੂ ਕਾ ਸਿੱਖ ਵਿਦਿਆ ਮਾਰਤੰਡ ਹੋ ਜਾਏਗਾ ਜੇ ਗੁਰੂ ਦੀ ਕਿਰਪਾ ਹੋਏ, ਕੋਈ ਦਾਵਾ ਨਹੀਂ। ਓਮ ਲਿਖਿਆ ਗਿਆ ਇਸ ਦੀ ਧਰਤੀ ਤੋਂ ਪਹਿਲਾਂ। ਓਮ ਨੂੰ ਲਿਖਦਿਆਂ ਹੋਇਆਂ ਦੁਨੀਆ ਦੇ ਵਿੱਚ 3 ਅਰਥ ਕੀਤੇ ਨੇ। ਓਮ ਨੂੰ 3 ਰੂਪਾਂ ਦੇ ਵਿੱਚ ਵੰਡਿਆ, ਬ੍ਰਹਮਾ ਵਿਸ਼ਨੂੰ ਮਹੇਸ਼ ਵੀ ਆਖਿਆ ਕਈਆਂ ਨੇ। ਔਰ ਓਮ ਨੂੰ ਲਿਖਣ ਵਾਸਤੇ ਜਿਹੜੇ ਅੱਖਰ ਵਰਤੇ ਗਏ ਨੇ ਆ, ਓ, ਮ, ਇਹ ਹਮੇਸ਼ਾ ਹੀ ਹੋਇਆ ਕਿ ਵੇਦਾਂ ਦੀ ਪਰੰਪਰਾ ਦੇ ਵਿੱਚ ਓਮ ਦੀ ਸ਼ੁਰੂਆਤ ਆ ਤੋਂ ਹੋਈ ਹੈ। ਆ, ਓ, ਮ। ਆ ਦਾ ਮਤਲਬ ਹੈ ਮੈਂ, ਓ ਦਾ ਮਤਲਬ ਹੈ ਰੱਬ। ਇਹਨੂੰ ਸਮਝਿਓ, ਫਿਰ ਧਿਆਨ ਨਾਲ ਸਮਝਿਓ। ਪਾਰ ਬ੍ਰਹਮ ਪਰਮੇਸ਼ਵਰ ਦੀ ਇਸ ਸਿਰਜਣਾ ਦੇ ਵਿੱਚ ਆ ਦਾ ਮਤਲਬ ਮੈਂ ਨਹੀਂ, ਗੁਸਾਖੀ ਮਾਫ, ਆ ਦਾ ਮਤਲਬ ਹੈ ਕੁਦਰਤ। ਆ ਦਾ ਮਤਲਬ ਕੁਦਰਤ, ਓ ਦਾ ਮਤਲਬ ਰੱਬ ਤੇ ਮਾਂ ਦਾ ਮਤਲਬ ਮੈਂ। ਵੇਦਾਂ ਦੇ ਵਿੱਚ ਓਮ ਦੇ ਜਿਹੜੇ ਅਰਥ ਕੀਤੇ ਗਏ ਨੇ ਕੁਦਰਤ ਤੋਂ, ਫਿਰ ਓ ਤੋਂ, ਫਿਰ ਮੈਂ ਤੋਂ। ਪਰ ਗੁਰੂ ਗੋਬਿੰਦ ਸਿੰਘ ਸਾਹਿਬ, ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਓਮ ਨਹੀਂ, ਓੰਗ ਜਦ ਲਿਖਿਆ ਆਖਿਆ, ਓੰਗ ਦੀ ਸ਼ੁਰੂਆਤ ਆ ਤੋਂ ਨਹੀਂ ਹੈ ਗੁਰਮਤ ਦੇ ਵਿੱਚ, ਓੰਕਾਰ ਦੀ ਸ਼ੁਰੂਆਤ ਊੜੇ ਤੋਂ ਹੈ। ਤੁਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦ ਕਈ ਐਸੀਆਂ ਬਾਣੀ ਦੱਖਣੀ ਓੰਕਾਰ ਪੜ੍ਹੋਗੇ, ਉਹ ਓੰਕਾਰ ਐੜੇ ਤੋਂ ਨਹੀਂ ਲਿਖਿਆ ਮਹਾਰਾਜ ਜੀ ਨੇ, ਉਹ ਊੜੇ ਤੋਂ ਹੀ ਲਿਖਿਆ। ਕਿਉਂਕਿ ਇਸ ਤੋਂ ਪਹਿਲੀ ਪਰੰਪਰਾ ਦੇ ਵਿੱਚ ਆ, ਓ, ਮ, ਪਹਿਲੇ ਕੁਦਰਤ, ਫਿਰ ਕੁਦਰਤ ਦਾ ਰੱਬ, ਫਿਰ ਮੈਂ, ਫਿਰ ਬੰਦਾ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਕੁਦਰਤ ਪਹਿਲਾਂ ਨਹੀਂ, ਪਹਿਲਾਂ ਓ, ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਆ ਜਿਨ ਚਿਤ। ਕਹਿੰਦੇ ਓੰਕਾਰ ਹੀ ਤੋਂ ਉਹ ਪਹਿਲਾਂ, ਓੰਕਾਰ ਦਾ ਓ, ਆ ਤੇ ਮਾਂ। ਫਿਰ ਧਿਆਨ ਨਾਲ ਦੇਖਿਓ, ਪਹਿਲੀ ਪਰੰਪਰਾ ਹੈ ਆ, ਓ, ਮ, ਕੁਦਰਤ, ਰੱਬ ਤੇ ਇਨਸਾਨ। ਪਰ ਗੁਰੂ ਨਾਨਕ ਸਾਹਿਬ ਨੇ ਕਿਹਾ ਨਹੀਂ, ਪਹਿਲਾਂ ਰੱਬ, ਫਿਰ ਰੱਬ ਤੋਂ ਕੁਦਰਤ। ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ, ਦੂਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ। ਪਹਿਲਾਂ ਉਹ, ਫਿਰ ਕੁਦਰਤ, ਤੇ ਫਿਰ ਇਸ ਕੁਦਰਤ ਨੂੰ ਦੇਖਣ ਵਾਲਾ, ਕੁਦਰਤ ਵਿੱਚੋਂ ਉਹਨੂੰ ਪਛਾਣਨ ਵਾਲਾ ਇਨਸਾਨ। ਔਰ ਗੁਰੂ ਸਾਹਿਬ ਨੇ ਏਕਾ ਲਾਤਾ ਨਿਊਮੈਰਿਕ, ਕਿ ਸਾਰੇ ਬਖੇੜੇ, ਸਾਰੇ ਭੁਲੇਖੇ ਖਤਮ ਹੋ ਜਾਣ। ਇੱਕ ਈੜੀ ਪਾ ਕੇ ਸਿਹਾਰੀ ਕੱਕਾ ਨਹੀਂ ਲਿਖਿਆ ਕਿ ਉਹਦੇ ਅਰਥ ਵੱਖਰੇ, ਇੱਕ ਨਿਊਮੈਰਿਕ ਪਾਤਾ। ਦੁਨੀਆ ਦੇ ਵਿੱਚ ਅੱਜ ਤੋਂ ਪਹਿਲਾਂ ਸ਼ਬਦ ਬ੍ਰਹਮ ਤੇ ਸੀ। ਡਾਕਟਰ ਜਸਵੰਤ ਸਿੰਘ ਨੇ ਕੀ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਨੇ ਓੰਕਾਰ ਅੱਗੇ ਏਕਾ ਪਾ ਕੇ ਅੰਕ ਬ੍ਰਹਮ ਬਣਾਤਾ। ਅੰਕ ਨੂੰ ਬ੍ਰਹਮ ਅੱਜ ਤੱਕ ਕੋਈ ਨਹੀਂ ਬਣਾ ਸਕਿਆ। ਨਿਊਮੈਰਿਕ ਨੂੰ ਹਮੇਸ਼ਾ ਹਿਸਾਬ ਕਿਤਾਬ ਲਈ ਵਰਤਿਆ ਗਿਆ, ਪਰ ਨਿਊਮੈਰਿਕ ਕਦੀ ਧਰਮ ਦੇ ਖੇਤਰ ਵਿੱਚ ਆਇਆ ਹੀ ਨਹੀਂ। ਉਹ ਤੇ 2 + 2 4 ਹੀ ਹੋਇਆ, ਜਾਂ ਉਹ ਤੇ ਸ਼ੂਨਿਆ ਦੀ ਬਾਤ ਹੀ ਕਰਦਾ। ਪਰ ਜੇ ਅੰਕ ਨੂੰ ਕਿਸੇ ਨੇ ਬ੍ਰਹਮ ਬਣਾਇਆ ਤੇ ਉਹ ਗੁਰੂ ਨਾਨਕ ਸਾਹਿਬ ਨੇ ਇੱਕ ਪਾਤਾ कि भाई एको है भाई, एको है साहिब मेरा, कि दूसरे की बात है ही नहीं। एक ओ, पहला ओ, फिर आ। ये सृष्टि ओंकार जिहड़ी चल रही है, ਇਹਦਾ मतलब कि कार ਦਾ मतलब सृष्टि खत्म हो जाएगी, सृष्टि की कार खत्म हो जाएगी, पर एक तो सदा ही रहेगा, वो सदा ही रहेगा। वो पहला भी सी, ये नहीं कि सृष्टि बनन दे नाल बनिया, सृष्टि तो भी पहला सी। एक ओंकार सतनाम, इस सत विच सत्य भी आया, इनू रजनीश खोलदा है, ਇਹਦੇ ਵਿੱਚ ਸੱਤੇ ਵੀ ਆਇਆ ਤੇ ਇਹਦੇ ਵਿੱਚ ਸੱਤ ਵੀ ਆਇਆ। मैं फिर भी जिन्ने जिन्ने जो टीके लिखे ने बकायदा नाम लैके, किसी ते अपनी मौर नहीं। जिस विद्वान ने जो गल लिखी आप संगतां दे सन्मुख, जिथों कोई चंगा सिखण नूं मिले असीं जरूर लईए। असीं नदी दे कंढे ते बैठांगे, लहरां दियां कलकल ते सुण सकदे हां, पर नदी की है उहनूं नहीं समझ सकदे। समुंदर नूं वेखण जांदे हां, लहरां नूं वेख के बंदा परत आउंदा ते कहंदा सागर वेख लिया, पर सागर नहीं वेखिया। इस करके गुरु नानक साहब उस नदी नूं जानन वास्ते नदी दे विच ही चले गए ते 3 दिन वेई दे विच ही रहे, ताकि दस सकीए कि जो गुरु नानक साहब लैके आ रहे ने वो कोई दूरों देख के बयान नहीं किया जा सकता। कहो नानक करते कियां बातां, ये बातां ही करते कियां ने, ते करता कौन है? जिहड़ा सब कुछ कर रहा है। ते जद करते दे विच तू हो जाएगा
ਤੇ ਕਰਤਾ ਤੇਰੇ ਵਿੱਚ ਹੋ ਜਾਏਗਾ, ਉਸ ਦਿਨ ਤੈਨੂੰ ਪਤਾ ਲੱਗੇਗਾ ਕਿ ਜਪ ਕੀ ਹੁੰਦਾ ਹੈ। ਦੂਰੋਂ ਨਹੀਂ, ਬਾਹਰੋਂ ਖੜੇ ਹੋ ਕੇ ਨਹੀਂ ਦੱਸ ਸਕਦਾ ਕਿ ਸਮੁੰਦਰ ਤੇ ਸਾਗਰ ਕੀ ਹੈ। ਜਦ ਉਹਦੇ ਵਿੱਚ ਹੋ ਜਾਏਗਾ, ਜਿੰਨਾ ਮਰਜ਼ੀ ਅਸੀਂ ਪੜ੍ਹਦੇ ਰਹੀਏ ਕਿ ਤੈਰਾਕੀ ਇਵੇਂ ਕਰੀਦੀ, ਇਵੇਂ ਕਰੀਦੀ, ਇਵੇਂ ਕਰੀਦੀ, ਪਾਣੀ 'ਚ ਜਿੰਨਾ ਚਿਰ ਤੱਕ ਛਾਲ ਨਹੀਂ ਮਾਰੀ ਜੀ ਉਸ ਦਿਨ ਨਹੀਂ ਪਤਾ। ਹਾਂ, ਜਿੰਨਾ ਚਿਰ ਤੱਕ ਜਿਉਂਦੇ ਹਾਂ ਪਾਣੀ ਨਾਲ ਲੜਾਂਗੇ ਅਸੀਂ, ਪਾਣੀ ਵਿਰੋਧਾਭਾਸੀ ਹੋਏਗਾ। ਜਿਸ ਦਿਨ ਇਹਦੇ ਵਿੱਚੋਂ ਸਵਾਸ ਨਿਕਲ ਗਏ ਨਾ, ਪਾਣੀ ਨੇ ਠਾ ਕਰਕੇ ਸਾਨੂੰ ਉੱਤੇ ਮਾਰਨਾ ਤੇ ਕਹਿੰਦਾ ਹੁਣ ਤਾਂ। ਜਪ ਵੀ ਇਹੀ ਹੈ, ਜਿੰਨਾ ਚਿਰ ਤੱਕ ਮੈਂ ਦੀ ਹਉਮੈ ਤੋਂ ਇਹਨੂੰ ਸਮਝਣ ਦਾ ਯਤਨ ਕਰਾਂਗੇ ਤੇ ਯਤਨਸ਼ੀਲ ਹੀ ਰਵਾਂਗੇ। ਯਤਨ ਕੀ, ਇਵੇਂ ਕਿਉਂ ਹੈ, ਇਵੇਂ ਕਿਉਂ ਹੈ, ਹੁਕਮ ਰਜ਼ਾਈ 'ਚ ਹੁਕਮ ਕੀ ਹੈ, ਕਿਵੇਂ ਹੁੰਦਾ ਹੈ। ਹਾਂ, ਜੇ ਮੈਂ ਪਾਪ ਕਰ ਰਿਹਾ ਤੇ ਜੇ ਮੈਂ ਪਾਪ ਕਰਕੇ ਕਹਿਦਾ ਜੀ ਹੁਕਮ ਰਜ਼ਾਈ ਚੱਲਣਾ, ਇਹ ਵੀ ਹੁਕਮ ਹੈ? ਨਹੀਂ। ਅਗਲੀ ਗੱਲ ਮਹਾਰਾਜ ਕਹਿੰਦੇ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ। ਜਿਸ ਦਿਨ ਅੰਦਰ ਦੀ ਮੈਂ ਮਰ ਗਈ, ਉਸ ਦਿਨ ਤਰਨ ਦੀ ਜਾਚ ਤੈਨੂੰ ਆ ਜਾਏਗੀ। ਉਸ ਦਿਨ ਇਹਨੇ ਤੈਨੂੰ ਆਪ ਹੀ ਤਰਾ ਦੇਣਾ ਕਿ ਆ ਮੈਂ ਤੈਨੂੰ ਦੱਸਾਂ ਤਰਨਾ ਕੀ ਹੁੰਦਾ। ਇਹਨੂੰ ਸਤਨਾਮ ਕਿਹਾ, ਔਰ ਉਹ ਨਾਮ ਮੈਂ ਨੂੰ ਖਤਮ ਕੀਤੇ ਬਿਨਾਂ ਨਹੀਂ ਸਮਝ ਆ ਸਕਦਾ। ਜਿੱਥੇ ਮੈਂ ਹੈ ਉੱਥੇ ਸਭ ਕੁਝ ਝੂਠ ਹੈ। ਇਹ ਵੀ ਮੇਰਾ, ਇਹ ਵੀ ਮੇਰਾ, ਇਹ ਵੀ ਮੇਰਾ, ਪਰ ਉਹ ਝੂਠ ਹੈ। ਪਰ ਜੋ ਸਤ ਹੈ ਉਹ ਸਦਾ ਰਹਿਣ ਵਾਲਾ ਹੈ, ਉਹ ਨਾਮ ਹੈ। ਤੇ ਉਹ ਕੌਣ ਹੈ? ਉਹ ਕਰਤਾ ਪੁਰਖ ਦਾ ਹੈ, ਉਹ ਵਾਹਿਗੁਰੂ ਦਾ ਹੈ। ਇਹ ਪਾਰ ਬ੍ਰਹਮ ਪਰਮੇਸ਼ਵਰ ਦੀ ਪਰਿਭਾਸ਼ਾ ਹੈ। ਜਿਹੜਾ ਨਿਰਭਉ ਹੈ, ਜਿਹਨੂੰ ਕੋਈ ਡਰ ਨਹੀਂ, ਨਿਰਵੈਰ ਹੈ। ਇਸ ਵਾਰੀ ਜਿਹੜੀ ਜਪਜੀ ਸਾਹਿਬ ਦੀ ਵਿਆਖਿਆ ਥੋੜ੍ਹੀ ਵੱਖਰੀ ਹੋਏਗੀ ਕੁਝ ਕੁ ਪਹਿਲੀ ਪੌੜੀਆਂ ਦੇ ਨਾਲ, ਕਿਉਂਕਿ ਜਿਹੜੀਆਂ ਪੌੜੀਆਂ ਦੇ ਵਿੱਚ ਨਾਨਕ ਪਦ ਨਹੀਂ ਹੈ, ਦੇਖੋ ਉਹਾਂ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਬਾਣੀ ਦੇ ਵਿੱਚ ਹਰ ਇੱਕ ਪਦੇ ਦੇ ਨਾਲ ਨਾਨਕ ਛਾਪ ਹੈ। ਪਰ ਜਦ ਤੁਸੀਂ ਜਪਜੀ ਸਾਹਿਬ ਨੂੰ ਗੌਰ ਨਾਲ ਵੇਖੋਗੇ, 12 ਪੌੜੀਆਂ ਦੇ ਵਿੱਚ ਨਾਨਕ ਛਾਪ ਨਹੀਂ ਮਿਲੇਗੀ। ਨਾਨਕ ਛਾਪ ਜਪਜੀ ਸਾਹਿਬ ਦੀ 12 ਪੌੜੀਆਂ ਦੇ ਵਿੱਚ ਹੈ ਹੀ ਨਹੀਂ, ਨਾਨਕ ਲਫ਼ਜ਼ ਹੈ ਹੀ ਨਹੀਂ। ਉਹਨਾਂ ਜਿਹੜੀਆਂ 12 ਪੌੜੀਆਂ ਦੇ ਨਾਲ ਯਤਨ ਕਰਾਂਗੇ ਅਸੀਂ, ਫਿਰ ਮੂਲ ਮੰਤਰ ਨੂੰ ਖੋਲਾਂਗੇ, ਫਿਰ ਹੋਰ ਖੂਬਸੂਰਤ ਲੱਗੇਗਾ। ਇਹ 12 ਪੌੜੀਆਂ ਦੇ ਨਾਲ ਅਸੀਂ ਮੂਲ, ਕਿਉਂਕਿ ਪਿੱਛੇ ਜ਼ਿਕਰ ਕੀਤਾ ਸੀ ਜੇ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਹੈ ਤੇ ਫਿਰ 9ਵੇਂ ਮਹੱਲੇ ਦੇ ਸ਼ਲੋਕ ਹੀ ਪੜ੍ਹ ਲਓ। ਪਰ ਜੇ ਗੁਰੂ ਗ੍ਰੰਥ ਸਾਹਿਬ ਆਰੰਭ ਕਿੱਥੋਂ ਹੋਇਆ ਇਹ ਸਮਝਣਾ ਹੈ, ਫਿਰ ਜਪ ਬਾਣੀ ਪੜ੍ਹਨੀ ਪਏਗੀ। ਮਹਾਰਾਜ ਜੀ ਕਹਿੰਦੇ ਉਹ ਨਿਰਭਉ ਹੈ, ਉਹ ਨਿਰਵੈਰ ਹੈ। ਇਹਦਾ ਵਿਸਥਾਰ ਹੈ ਗੁਰੂ ਗ੍ਰੰਥ ਸਾਹਿਬ 'ਚ, ਕਿਸ ਤਰ੍ਹਾਂ ਉਹ ਨਿਰਭਉ ਤੇ ਨਿਰਵੈਰ ਹੈ। ਭੈ ਕਾਹੂ ਕੋ ਦੇਤਨੈ, ਸਿਖਰ ਤੱਕ ਗੱਲ ਕੀਤੀ। ਦੇਖੋ ਸ਼ੁਰੂਆਤ ਇੱਥੇ ਹੈ ਨਿਰਭਉ ਤੇ ਨਿਰਵੈਰ, ਪਰ ਅੰਤ ਦੇਖੋ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਭੈ ਕਾਹੂ ਕੋ ਦੇਤਨੈ, ਨਹਿ ਪੈ ਮਾਨਤ ਆਨ ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਣ। ਉਹਨੂੰ ਗਿਆਨ ਹੋਏਗਾ। ਅਕਾਲ ਮੂਰਤ ਕਾਲ ਦੇ ਵਿੱਚ ਨਹੀਂ ਹੈ, ਸਭ ਕੁਝ ਸਮੇਂ ਵਿੱਚ ਹੈ। ਹਾਂ, ਅਸੀਂ ਜੇ ਹੁਣ ਕਹੀਏ ਕਿ 2.5 ਸਾਲ ਪੌਣੇ 3 ਸਾਲ ਲਾ ਕੇ ਪਾਠ ਕੀਤਾ ਹੈ, ਕਾਲ ਦੇ ਵਿੱਚ ਰਹੇ ਹਾਂ, ਪਰ ਪਿੱਛੇ ਝਾਤੀ ਮਾਰ ਕੇ ਦੇਖੋ, ਇਉਂ ਪ੍ਰਤੀਤ ਹੋਏਗਾ ਜਿਸ ਤਰ੍ਹਾਂ ਅਕਾਲ ਹੀ ਸੀ, ਜਿਸ ਤਰ੍ਹਾਂ ਉਹੀ ਕਰਾ ਗਿਆ ਸੀ। ਕਿੱਥੋਂ ਕਰ ਸਕਦੇ ਸੀ? ਕਦੀ ਸੋਚਿਆ ਥੋੜ੍ਹੀ ਸੀ। ਬੜਾ ਮਜ਼ਮੂਨ ਬਣਾਇਆ। ਇੱਕ ਵਾਰੀ ਨਹੀਂ, ਸੈਂਕੜੇ ਵਾਰੀ ਮੈਂ ਸਰਦਾਰ ਦਲੀਪ ਸਿੰਘ ਹੋਰਾਂ ਨਾਲ ਬੈਠਾ, ਸ਼ੁਰੂਆਤ ਕੀਤੀਆਂ, ਫਲਾਣੇ ਮਹੀਨੇ ਤੱਕ ਇੰਨਾ ਪੜ੍ਹ ਲਾਂਗੇ, ਇੱਥੋਂ ਤੱਕ ਇਹ ਭੋਗ ਪਾ ਦਾਂਗੇ, ਪਹਿਲੀ ਪੋਥੀ ਦੀ ਸਮਾਪਤੀ, ਦੂਜੇ ਦੀ। ਉਹ ਭਲਿਓ ਸਾਨੂੰ ਤੇ ਹੁਣ ਸਮਝ ਆਇਆ ਉਹਦੀ ਗੱਲ ਕਰ ਰਿਹਾ ਜਿਹੜਾ ਹੈ ਹੀ ਅਕਾਲ। ਉਹ ਸਾਡੇ ਕਹੇ ਤੇ ਥੋੜ੍ਹੀ ਹੁੰਦਾ। ਖਿਨ ਮੈਂ ਰਾਉ ਰੰਗ ਕੋ ਕਰ ਹੀ ਰਾਉ ਰੰਗ ਕਰ ਡਾਰੇ। ਤੇ ਫਿਰ ਮੈਂ ਗੱਲ ਕੀਤੀ ਸਰਦਾਰ ਸਾਹਿਬ ਨਾਲ, ਦਲੀਪ ਸਿੰਘ ਜੀ ਸੇਠੀ ਸਾਹਿਬ। ਹੁਣ ਉਹ ਕਹਿੰਦੇ ਭਾਈ ਹੁਣ ਇਹ ਅਕਾਲ ਹੀ ਹੈ, ਜਿਵੇਂ ਗੁਰੂ ਨਾਨਕ ਸਾਹਿਬ ਹੁਣ ਕਰਾਉਣਗੇ ਹੁਣ ਉਵੇਂ ਹੀ ਕਰਾਂਗੇ। ਮੈਂ ਕਿਹਾ ਜੀ ਬਿਲਕੁਲ ਜੀ ਸੇਠੀ ਸਾਹਿਬ, ਇਹ ਅਕਾਲ ਹੀ ਹੈ, ਇਹਨੂੰ ਕੋਈ ਕਾਲ ਦੇ ਵਿੱਚ ਵਸ ਕਰ ਹੀ ਨਹੀਂ ਸਕਦਾ। ਪਰ ਸਤਿਗੁਰੂ ਨੇ ਕਿਰਪਾ ਕੀਤੀ, ਇਹ ਕਰਾਇਆ। ਬਸ ਇੱਕ ਇਸ਼ਾਰਾ ਹੈ, ਉਹ ਅਕਾਲ ਹੈ, ਉਹਨੂੰ ਕਾਲ ਵਿੱਚ ਨਾ ਬੰਨੋ। ਜੀਵਨ ਦੇ ਜਿੰਨੇ ਕਾਰਜ ਨੇ ਨਾ, ਉਹਨੂੰ ਕਾਲ ਵਿੱਚ ਤੁਸੀਂ ਬੰਨ੍ਹ ਸਕਦੇ ਹੋ, ਪਰ ਕਦੀ ਉਹਦੀ ਬੰਦਗੀ ਕਾਲ ਵਿੱਚ ਨਾ ਬੰਨੋ ਕਿ ਮੈਂ 40 ਸਾਲ ਦਾ ਹੋਵਾਂਗਾ ਤੇ ਫਿਰ ਮੈਂ 50 ਸਾਲਾਂ ਬਾਅਦ ਵੇਖਾਂਗਾ, ਮੈਂ 60 ਸਾਲਾਂ ਬਾਅਦ ਦੇਖਾਂਗਾ। ਉਹ ਅਕਾਲ ਹੈ, ਉਹ ਅਕਾਲ ਹੈ। ਸਮਝੋ, ਇੱਕ ਸ਼ਲੋਕ ਹੀ ਲਿਓ, ਕਬੀਰ ਕੀਚੜ ਆਟਾ ਗਿਰ ਪਰਿਆ, ਕਛੂ ਨਾ ਆਇਓ ਹਾਥ, ਪੀਸਤ ਪੀਸਤ ਚਾਬਿਆ ਸੋਈ ਨਿਭਿਆ ਸਾਥ। ਇਹ ਅਕਾਲ ਹੈ ਕਿ ਕਾਲ ਵਿੱਚ ਅਕਾਲ ਵੀ ਹੋਈਏ। ਸਾਰੇ ਦਿਨ ਨੂੰ ਕਾਲ ਦੇ ਵਿੱਚ ਬਤੀਤ ਕਰਨ ਨਾਲੋਂ ਕੁਝ ਸਮਾਂ ਅਕਾਲ ਦੇ ਲਈ ਵੀ ਅਸੀਂ ਪ੍ਰਵਿਰਤ ਹੋਈਏ, ਆਪਣੇ ਮਨ ਨੂੰ ਜੋੜੀਏ। ਮੂਰਤ ਸਹਸ ਤਵ ਨੈਣ ਨੈਣ ਹੈ, ਤੋਈ ਕੋ ਸਹਸ ਮੂਰਤ ਨਨਾ ਏਕ ਤੋਂ। ਸਭ ਦੇ ਵਿੱਚ ਹੈ ਤੇ ਕਿਸੇ ਦੇ ਵਿੱਚ ਵੀ ਉਹਦੀ ਹੋਂਦ ਕੋਈ ਬੱਜੀ ਨਹੀਂ ਹੋਈ।
ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਭੈ, ਦੇਹ ਬਹੀਨ स्नेह सबो तन, नेह बृक्त अगै अछै है, जान को देत अजान को देत, जमीन को देत जमान को दै, हो के भी नहीं है ते नहीं हो के भी है, अकाल मूरत अजूनी, ਜੋਨਾਂ ਵਿੱਚ ਨਹੀਂ ਕੋਈ ਉਹਨੂੰ ਪੈਦਾ ਨਹੀਂ ਕਰ ਸਕਦਾ। ਸਹਿ ਭੰਗ ਆਪਣੇ ਆਪ ਤੋਂ ਹੈ, ਬਣਾਉਣ ਵਾਲਾ ਵੀ ਹੈ। ਹੁਣ ਇਹਨੂੰ ਹੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿੰਦੇ ਨਾ, ਖੰਡਾ ਪ੍ਰਥਮੈ ਸਾਜਕੈ ਅਕਾਲ ਉਸਤਤ। ਖੰਡਾ ਦਾ ਮਤਲਬ ਕੀ ਹੈ? ਇਕੱਲਾ ਦੋ ਧਾਰੀ ਨਹੀਂ, ਖੰਡੇ ਦਾ ਮਤਲਬ ਹੈ ਖੰਡ ਕਰਨ ਵਾਲਾ। ਤੁਸੀਂ ਉਸ ਰੱਬ ਨੂੰ ਇਹ ਨਾ ਸੋਚੋ ਕਿ ਦੇਣ ਵਾਲਾ ਹੈ, ਉਹ ਦੇਣ ਤੋਂ ਪਹਿਲਾਂ ਵਿਨਾਸ਼ ਕਰਨ ਵਾਲਾ ਵੀ ਹੈ। ਉਹਨੂੰ ਨਹੀਂ ਉਹਦਾ ਨਹੀਂ ਪਤਾ, ਉਹ ਸਹਿ ਭੰਗ ਹੈ, ਆਪਣੇ ਆਪ ਤੋਂ ਹੈ। ਉਹਨੇ ਸਲਾਹ ਨਹੀਂ ਲੈਣੀ, ਦੱਸ ਮੈਂ ਕੀ ਕਰਾਂ। ਉਹਨੇ ਉਹ ਕਰਨਾ ਜੋ ਉਹਨੂੰ ਚੰਗਾ ਲੱਗਦਾ ਹੈ। ਇਹਨੂੰ ਕਬੀਰ ਸਾਹਿਬ ਕਹਿੰਦੇ ਆ, ਜੋ ਮੈਂ ਚਿਤਵੋ ਨਾ ਕਰੈ, ਕਿਆ ਮੇਰਾ ਚਿਤਵੈ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰਾ ਚਿਤ ਨਾ ਹੋਏ। ਆਪਣੇ ਆਪ ਤੋਂ ਸਹਿ ਭੰਗ। ਤੇ ਫਿਰ ਅੱਗੇ ਗੁਰੂ ਨਾਨਕ ਸਾਹਿਬ ਜੀ ਨੇ ਸਿਖਰ ਕੀਤਾ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੇ ਨਾਲ। ਇਹਨੂੰ ਗੁਰੂ ਗੋਬਿੰਦ ਸਿੰਘ ਤੋਂ ਪ੍ਰਸਾਦ ਵੀ ਕਹਿੰਦੇ ਆ। ਇਹ ਇੱਕੋ ਹੀ ਰੂਪ ਹੈ, ਗੁਰੂ ਦੀ ਕਿਰਪਾ। ਅੱਗੇ ਬਾਣੀ ਦਾ ਸਿਰਲੇਖ ਹੈ ਜੀ, ਇਹਨੂੰ ਹੁਣ ਕੱਲ੍ਹ ਤੋਂ ਆਰੰਭ ਕਰਾਂਗੇ। ਬਹੁਤ ਧੰਨਵਾਦ ਆਪ ਸਾਰੀਆਂ ਸੰਗਤਾਂ ਦਾ, ਬਹੁਤ ਧੰਨਵਾਦ ਭਾਈ ਸਾਹਿਬ ਜੀ ਦਾ, ਕਿਉਂਕਿ ਆਪ ਸੰਗਤਾਂ ਦਾ ਦੇਣ ਸੱਚੀ ਮੁੱਚੀ ਨਹੀਂ ਦਿੱਤਾ ਜਾ ਸਕਦਾ। ਜਿੰਨਾ ਕੁ ਆਪ ਸੰਗਤਾਂ ਨੇ ਪਿਆਰ ਦਿੱਤਾ, ਜਿੰਨੇ ਕੁ ਦਿਨ ਬਤੀਤ ਹੋਏ, ਇੱਕ ਇੱਕ ਦਿਨ ਇਉਂ ਪ੍ਰਤੀਤ ਹੁੰਦਾ ਹੈ ਕਿ ਜ਼ਿੰਮੇਵਾਰੀਆਂ ਮਨ ਦੇ ਉੱਤੇ ਹੋਰ ਆਪ ਸੰਗਤਾਂ ਦੀ ਸੇਵਾ ਕਰਨ ਦਾ ਰਿਣ ਪੈ ਗਿਆ, ਸਿਰ ਦੇ ਉੱਤੇ ਹੋਰ ਕਰਜ਼ਾ ਹੋ ਗਿਆ ਕਿ ਜੋ ਸੰਗਤਾਂ ਨੇ ਪਿਆਰ ਦਿੱਤਾ, ਜੋ ਮਾਣ ਦਿੱਤਾ, ਉਹਦੇ ਲਾਇਕ ਨਹੀਂ ਸੀ। ਔਰ ਜੋ ਦੇਤਾ ਹੁਣ ਉਹਨੂੰ ਸਤਿਗੁਰੂ ਜੀ ਆਪ ਹੀ ਇੱਜ਼ਤ ਰੱਖ ਕੇ, ਪੈਜ ਰੱਖ ਕੇ ਇਹ ਕਾਰਜ ਅੱਗੇ ਵੀ ਆਪ ਸੰਗਤਾਂ ਦੀ ਸੇਵਾ ਵਿੱਚ ਕਰਾਉਣ। ਇਸ ਵਾਰੀ ਜਿਹੜਾ ਅਸੀਂ ਟੀਕਾ ਕਰ ਰਹੇ ਹਾਂ, ਅਰਥ ਕਰ ਰਹੇ ਹਾਂ, ਮੈਂ ਫਿਰ ਬੇਨਤੀ ਕਰਾਂ, ਇਹ ਅਰਥ ਪਹਿਲੇ ਕੀਤੇ ਹੋਏ ਅਰਥਾਂ ਦੇ ਨਾਲ ਬਿਲਕੁਲ ਨਹੀਂ ਮਿਲਣਗੇ। ਇਹ ਕਹੀਏ ਕਿ ਜੀ ਇਹ ਵੀਡੀਓ ਦੇ ਵਿੱਚ ਪਿੱਛੇ ਇਹ ਕਿਹਾ ਸੀ, ਇਹ ਕਿਹਾ ਸੀ, ਇਹ ਬਿਲਕੁਲ ਨਹੀਂ ਹੋ ਸਕਦਾ। ਜੋ ਪਹਿਲਾਂ ਕਿਹਾ ਹੋਇਆ ਉਹ ਪਹਿਲਾਂ ਸੀ, ਉਹ ਕਾਲ ਦੇ ਵਿੱਚ ਸੀ। ਹੁਣ ਅਕਾਲ ਦੀਆਂ ਬਾਤਾਂ ਅਕਾਲ ਵਿੱਚ ਹੋਣਗੀਆਂ, ਜਿਵੇਂ ਸਤਿਗੁਰੂ ਜੀ ਕਰਾਉਣਗੇ। ਹੋ ਸਕਦਾ ਕਿ ਪਹਿਲੇ ਕੀਤੇ ਹੋਏ ਅਰਥਾਂ ਦੇ ਵਿੱਚ ਹੁਣ ਦੇ ਅਰਥਾਂ ਵਿੱਚ ਫਰਕ ਹੋਏ, ਸੋ ਮੈਨੂੰ ਖਿਮਾ ਬਖਸ਼ ਦੇਣੀ। ਭਾਈ ਸਾਹਿਬ ਜੀ ਵੀ ਇਸ ਗੱਲ ਨੂੰ ਸਮਝਦੇ ਆ। ਜਿਉਂ-ਜਿਉਂ ਇਹ ਗੁਰੂ ਸਾਹਿਬ ਬਖਸ਼ਿਸ਼ ਕਰਦੇ ਨੇ, ਤਿਉਂ-ਤਿਉਂ ਇਹ ਗੱਲ ਦੀ ਸੋਝੀ ਆਉਂਦੀ ਹੈ। ਵਿਦਿਆਰਥੀ ਅਸੀਂ ਸਾਰੇ ਹੀ ਹਾਂ ਅਤੇ ਪੜ੍ਹਾਉਣ ਵਾਲੇ ਗੁਰੂ ਨਾਨਕ ਸਾਹਿਬ ਜੀ ਨੇ। ਪਰ ਯਤਨ ਇਹ ਰਹੇਗਾ, ਇਸ ਵਾਰੀ ਬੱਚਿਆਂ ਨੂੰ ਲਿਆਓ, ਵੱਧ ਤੋਂ ਵੱਧ ਜਿੰਨੀਆਂ ਸਾਖੀਆਂ ਨੇ ਇਸ ਬਾਣੀ ਦੇ ਨਾਲ ਜਾਂ ਇਸ ਮਜ਼ਮੂਨ ਦੇ ਨਾਲ, ਉਹ ਇਸ ਵਾਰੀ ਆਪ ਸੰਗਤਾਂ ਦੇ ਸਨਮੁਖ ਰੱਖੀਆਂ ਜਾਣਗੀਆਂ। ਹੈ ਇਹ ਬਾਣੀ ਦੀ ਕਥਾ, ਪਰ ਇਹ ਇਤਿਹਾਸਕ ਕਥਾ ਨਾਲ ਹੀ ਚਲੇਗੀ ਜੀ। ਬਹੁਤ ਧੰਨਵਾਦ ਹੈ ਜੀ ਆਪ ਸੰਗਤਾਂ ਦਾ, ਜਿੰਨੀਆਂ ਸੰਗਤਾਂ ਆਪ ਪਿਆਰ ਦੇਣ ਵਾਲੇ ਹੋ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।